ਸਤਿ ਸ਼੍ਰੀ ਅਕਾਲ ਬੇਟਾ ਸਾਰਿਆਂ ਨੂੰ। ਵੈਲਕਮ ਟੂ ਆਲ ਆਫ ਯੂ ਬੇਟੇ। ਲਿਮਿਟਲੈਸ ਲਰਨਿੰਗ ਦੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਬੱਚੇ। ਬੇਟਾ ਜਿਵੇਂ ਤੁਸੀਂ ਸਾਰੇ ਹੀ ਜਾਣਦੇ ਹੋ ਆਪਾਂ ਮੈਥ ਔਰ ਰੀਜ਼ਨਿੰਗ ਦੀਆਂ ਕਲਾਸਾਂ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਵਾ ਰਹੇ ਹਾਂ ਤੁਹਾਨੂੰ ਸਭ ਨੂੰ। ਤਾਂ ਅੱਜ ਆਪਣੀ ਰੀਜ਼ਨਿੰਗ ਦੀ 3rd ਕਲਾਸ ਹੈ ਬੇਟਾ, ਜਿਹਦੇ ਵਿੱਚ ਤੁਸੀਂ ਟੌਪਿਕ ਕਰਨ ਜਾ ਰਹੇ ਹੋ ਕੈਲੰਡਰ। ਬਹੁਤ ਹੀ ਵਧੀਆ ਇੰਟਰਸਟਿੰਗ ਟੌਪਿਕ ਹੈ ਬੇਟਾ, ਔਰ ਅੱਜ ਦੀ ਕਲਾਸ ਦੇ ਨਾਲ ਤੁਹਾਨੂੰ ਜਿਹੜਾ ਹੈ ਉਹ ਹਮੇਸ਼ਾ ਦੀ ਤਰ੍ਹਾਂ ਨਾਲ ਜਿਹੜਾ ਹੈ ਕੈਲੰਡਰ ਦੇ ਸਾਰੇ ਕਨਸੈਪਟ ਜਿਹੜੇ ਨੇ ਉਹ ਕਲੀਅਰ ਹੋ ਜਾਣਗੇ, ਔਰ ਦੁਬਾਰਾ ਕਦੀ ਵੀ ਕਿਸੇ ਵੀ ਪੇਪਰ ਦੇ ਵਿੱਚ ਜਿਹੜਾ ਹੈ ਤੁਹਾਨੂੰ ਉਹ ਕੋਈ ਵੀ ਦਿੱਕਤ ਜਿਹੜੀ ਉਹ ਨਹੀਂ ਹੋਏਗੀ ਬੇਟਾ ਕੈਲੰਡਰ ਦੇ ਕੁਐਸਚਨਸ ਨੂੰ ਸੋਲਵ ਕਰਦਿਆਂ ਹੋਇਆਂ। ਸੋ ਫਰਦਰ ਅੱਗੇ ਵਧਣ ਤੋਂ ਪਹਿਲਾਂ ਆਈ ਰਿਕਵੈਸਟ ਟੂ ਆਲ ਆਫ ਯੂ ਕਿ ਬੇਟਾ ਪਲੀਜ਼ ਤੁਸੀਂ ਸਾਰੇ ਦੇ ਸਾਰੇ ਬੱਚੇ ਜਿਹੜੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ, ਔਰ ਨਾਲ ਦੀ ਨਾਲ ਹੀ ਆਪਣੇ ਫਰੈਂਡਸ ਦੇ ਨਾਲ ਵੀ ਇਸ ਨੂੰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਸਾਰੇ ਇਸ ਦਾ ਬੈਨੀਫਿਟ ਲੈ ਸਕੋ। ਹਾਂਜੀ ਬੇਟਾ, ਅੱਗੇ ਫਰਦਰ ਡਿਲੇ ਨਾ ਕਰਦੇ ਹੋਏ ਆਪਣਾ ਟੌਪਿਕ ਜਿਹੜਾ ਹੈ ਉਹ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਸਾਡੇ ਜਿਹੜੇ ਕੈਲੰਡਰ ਨੇ ਉਹ ਕਿੰਨੀ ਤਰ੍ਹਾਂ ਦਾ ਹੁੰਦੇ ਨੇ ਈਅਰਸ। ਉਸ ਦੇ ਵਿੱਚ ਦੋ ਤਰ੍ਹਾਂ ਦੇ ਬੇਟਾ ਕੈਲੰਡਰ ਬਣਦੇ ਨੇ ਸਾਡੇ ਕੋਲ। ਇੱਕ ਹੁੰਦਾ ਹੈ ਨਾਰਮਲ ਈਅਰ, ਇੱਕ ਹੁੰਦਾ ਹੈ ਲੀਪ ਈਅਰ। ਨਾਰਮਲ ਈਅਰ ਦੇ ਵਿੱਚ ਬੇਟਾ ਤੁਹਾਡੇ ਕੋਲ ਹੁੰਦੇ ਨੇ 365 ਡੇਜ਼, ਜਿਹੜਾ ਕਿ ਈਅਰ 4 ਦੇ ਨਾਲ ਡਿਵੀਜ਼ੀਬਲ ਨਹੀਂ ਹੁੰਦਾ। ਜਿਵੇਂ ਦੇਖੋ 1999 ਇਹ 99 ਨੇ ਜਿਹੜਾ ਬੇਟਾ ਲਾਸਟ ਵਾਲੇ ਦੋ ਡਿਜਿਟ ਨੇ ਜਿਹੜੇ ਤੁਹਾਡੇ ਇਹ ਵਾਲੇ, ਇਹ 4 ਨਾਲ ਡਿਵੀਜ਼ੀਬਲ ਨਹੀਂ ਗਏ। ਸੋ ਇਹ ਇੱਕ ਨਾਰਮਲ ਈਅਰ ਹੈ, ਇਸ ਦੇ ਵਿੱਚ ਆਣਗੇ 365 ਦਿਨ। ਲੇਕਿਨ ਜਦੋਂ ਆਪਾਂ ਦੂਸਰੀ ਹੈਂਡ ਸਾਈਡ ਲੀਪ ਈਅਰ ਦੀ ਬੇਟਾ ਗੱਲ ਕਰਦੇ ਹਾਂ, ਲੀਪ ਈਅਰ ਵਿੱਚ ਹੁੰਦੇ ਨੇ 326। ਕਿਉਂਕਿ ਇੱਕ 29 ਫੈਬਰੀ ਜਿਹੜਾ ਹੈ ਉਹ ਇੱਕ ਐਕਸਟਰਾ ਡੇ ਆਕੂਪਾਈਡ ਕਰ ਲੈਂਦਾ ਹੈ, ਤਾਂ ਜਿਹੜੇ ਆ ਲੀਪ ਈਅਰ ਦੇ ਵਿੱਚ ਫਿਰ 366 ਦਿਨ ਹੋ ਜਾਂਦੇ ਨੇ। ਔਰ ਲੀਪ ਈਅਰ ਕਿਹੜਾ ਹੁੰਦਾ ਹੈ, ਜਿਹੜਾ ਕਿ 4 ਨਾਲ ਡਿਵੀਜ਼ੀਬਲ ਹੋ ਜਾਂਦਾ ਹੈ। ਕੋਈ ਵੀ ਆਪਾਂ ਈਅਰ ਲਿਆ 19 ਜਿਵੇਂ ਲੈ ਲਿਆ ਅਸੀਂ 1996, ਲਾਸਟ ਵਾਲੇ ਆ ਦੋ ਡਿਜਿਟ ਜਿਹੜੇ ਨੇ ਉਹਨਾਂ ਨੂੰ ਚੈੱਕ ਕਰਾਂਗੇ ਕਿ ਉਹ 4 ਨਾਲ ਡਿਵੀਜ਼ੀਬਲ ਨਹੀਂ। ਅਗਰ 4 ਨਾਲ ਡਿਵਾਈਡ ਹੋ ਰਹੇ ਨੇ ਦੈਟ ਮੀਨ ਕਿ ਉਹ ਵਾਲਾ ਜਿਹੜਾ ਸਾਲ ਹੈ ਉਹ ਇੱਕ ਲੀਪ ਈਅਰ ਹੈ। ਔਰ ਜਿਹੜਾ ਲੀਪ ਈਅਰ ਹੋਏਗਾ ਉਸ ਦੀ ਬਾਅਦ ਵਿੱਚ ਇੱਕ ਪ੍ਰੋਪਰਟੀਜ਼ ਆਉਂਦੀ ਹੈ ਇਹਨਾਂ ਦੀ, ਜਿਹੜੇ ਨਾਰਮਲ ਈਅਰ ਦੀ ਔਰ ਲੀਪ ਈਅਰ ਦੀ ਬੇਟਾ। ਉਹ ਕੀ ਹੈ, ਜਿਹੜਾ ਨਾਰਮਲ ਈਅਰ ਹੈ ਉਸ ਦੇ ਵਿੱਚ ਉਸ ਦਾ ਪਹਿਲਾ ਦਿਨ ਔਰ ਆਖਰੀ ਦਿਨ ਜਿਹੜਾ ਹੈ ਉਹ ਕੀ ਹੁੰਦਾ ਹੈ, ਆਲਵੇਜ਼ ਸੇਮ। ਜਿਵੇਂ 1 ਜਨਵਰੀ ਵਾਲੇ ਦਿਨ ਜਿਹੜਾ ਦਿਨ ਹੋਏਗਾ, ਸੇਮ ਦਿਨ ਜਿਹੜਾ ਹੈ ਉਹ ਕਿਸ ਦਿਨ ਹੋਏਗਾ, 31 ਦਸੰਬਰ ਨੂੰ ਬੇਟੇ। 31 ਦਸੰਬਰ ਔਰ 1 ਜਨਵਰੀ ਇਹ ਦੋਨਾਂ ਦਾ ਦਿਨ ਜਿਹੜਾ ਹੈ ਸੇਮ ਰਹਿਣ ਵਾਲਾ ਹੈ ਇੱਕ ਨਾਰਮਲ ਈਅਰ ਦੇ ਵਿੱਚ। ਮਤਲਬ ਅਗਰ 1 ਜਨਵਰੀ ਨੂੰ ਜਿਹੜਾ ਹੈ ਉਹ ਮੰਡੇ ਸੀ, ਰਾਈਟ ਬੇਟੇ, ਤਾਂ ਫਿਰ 31 ਦਸੰਬਰ ਨੂੰ ਵੀ ਉਸੇ ਸਾਲ ਕੀ ਆਏਗਾ, ਮੰਡੇ ਹੀ ਆਏਗਾ। ਕਿਉਂਕਿ ਦੋਨੋਂ ਜਿਹੜੇ ਨੇ ਡੇ ਉਹ ਸੇਮ ਹੋਣਗੇ ਨਾਰਮਲ ਈਅਰ ਦੇ ਵਿੱਚ। ਲੇਕਿਨ ਅਗਰ ਆਪਾਂ ਲੀਪ ਈਅਰ ਦੇ ਵਿੱਚ ਗੱਲ ਕਰਦੇ ਹਾਂ ਤਾਂ ਫਸਟ ਡੇ ਜਿਹੜਾ ਹੈ ਲਾਸਟ ਡੇ ਦੇ ਨਾਲੋਂ ਇੱਕ ਦਿਨ ਪਿੱਛੇ ਹੁੰਦਾ ਹੈ। ਮਤਲਬ ਲਾਸਟ ਡੇ ਦੇ ਵਿੱਚ ਅਗਰ ਆਪਾਂ ਲਾਸਟ ਡੇ ਕੱਢਣਾ ਹੈ ਲੀਪ ਈਅਰ ਦਾ, ਤਾਂ ਫਸਟ ਡੇ ਦੇ ਵਿੱਚ ਇੱਕ ਆਪਾਂ ਐਡ ਕਰ ਦਿੰਦੇ ਹਾਂ। ਜਿਵੇਂ ਦੇਖੋ ਲੀਪ ਈਅਰ ਹੈ ਉਸ ਦੇ ਵਿੱਚ 1 ਜਨਵਰੀ ਜਿਹੜੀ ਸੀ ਉਸ ਦਿਨ ਹੈ ਜੀ ਮੰਡੇ, ਤਾਂ ਬੇਟੇ 31 ਦਸੰਬਰ ਵਾਲੇ ਦਿਨ ਜਿਹੜਾ ਹੈ ਉਸ ਦਿਨ ਫਿਰ ਇੱਕ ਦਿਨ ਅੱਗੇ ਚਲਾ ਜਾਏਗਾ। ਮੰਡੇ ਦੇ ਵਿੱਚ ਇੱਕ ਜੋੜ ਦੇਵਾਂਗੇ ਤਾਂ ਕਿਹੜਾ ਆ ਜਾਏਗਾ, ਟਿਊਜ਼ਡੇ। ਕਿਉਂਕਿ ਇਹਨਾਂ ਦੇ ਵਿਚਕਾਰ ਇੱਕ ਆ ਗਿਆ 29 ਫੈਬ, ਇੱਕ ਦਿਨ ਜਿਹੜਾ ਹੈ ਉਸ ਡੇ ਨੇ ਆਕੂਪਾਈਡ ਕਰ ਲਿਆ, ਤਾਂ ਬਾਕੀ ਜਿਹੜੇ ਦਿਨ ਸੀ ਉਹਨਾਂ ਦਾ ਇੱਕ ਇੱਕ ਦਿਨ ਅੱਗੇ ਸ਼ਫਲ ਹੋ ਜਾਏਗਾ ਬੇਟੇ। ਉਸ ਤੋਂ ਬਾਅਦ ਬੇਟਾ ਗੱਲ ਆਉਂਦੀ ਹੈ ਸੈਂਚੁਰੀ ਈਅਰ ਜਿਹੜੇ ਨੇ ਉਹਨਾਂ ਵਿੱਚੋਂ ਲੀਪ ਈਅਰ ਕਿਵੇਂ ਫਾਈਂਡ ਆਊਟ ਕਰਦੇ ਆ। ਸੈਂਚੁਰੀ ਈਅਰ ਕਿਹੜੇ ਹੁੰਦੇ ਨੇ, ਜਿਵੇਂ ਇਹ ਵਾਲਾ 1900, 1800, 2000, 2100, ਇਹ ਬੇਟਾ ਕੀ ਨੇ, ਇਹ ਨੇ ਤੁਹਾਡੇ ਲੀਪ ਈਅਰ। ਠੀਕ ਹੈ ਜੀ। ਲੀਪ ਈਅਰ ਜਿਹੜੇ ਹੁੰਦੇ ਨੇ ਇਹ ਵਾਲੇ ਸੈਂਚੁਰੀ ਈਅਰ ਜਿਹੜੇ ਲੀਪ ਈਅਰ ਹੁੰਦੇ ਨੇ ਇਹਨਾਂ ਦੇ ਵਿੱਚੋਂ ਉਹੀ ਜਿਹੜਾ ਹੈ ਈਅਰ ਲੀਪ ਈਅਰ ਮੰਨਿਆ ਜਾਏਗਾ ਸੈਂਚੁਰੀ ਈਅਰ ਦੇ ਵਿੱਚੋਂ, ਜਿਹੜਾ ਲੀਪ ਈਅਰ ਬੇਟਾ 400 ਨਾਲ ਡਿਵੀਜ਼ੀਬਲ ਹੋਏਗਾ, ਰਾਈਟ। ਜਿਵੇਂ ਦੇਖੋ ਆਪਾਂ ਲੈ ਲਿਆ 2000 ਜਿਹੜਾ ਬੇਟਾ 400 ਨਾਲ ਪੂਰੀ ਤਰ੍ਹਾਂ ਨਾਲ ਡਿਵੀਜ਼ੀਬਲ ਹੈ ਜੀ। ਠੀਕ ਹੈ, 5 ਤੇ ਜਾਏਗੀ 2000 ਆ ਜਾਏਗਾ, ਔਰ ਇਸ ਦਾ ਆਨਸਰ ਜਿਹੜਾ ਉਹ ਨਿਕਲ ਆਏਗਾ ਸਾਡੇ ਕੋਲ ਪੂਰੀ ਤਰ੍ਹਾਂ ਡਿਵੀਜ਼ੀਬਲ ਹੈ, ਤਾਂ ਇਹ ਕੀ ਹੋ ਗਿਆ, ਲੀਪ ਈਅਰ ਹੋ ਜਾਏਗਾ। ਲੇਕਿਨ 1700 ਜਿਹੜਾ ਹੈ ਉਹ ਇੱਕ ਲੀਪ ਈਅਰ ਨਹੀਂ ਹੈ ਬੇਟਾ, 1800 ਜਿਹੜਾ ਹੈ ਉਹ ਵੀ ਇੱਕ ਲੀਪ ਈਅਰ ਨਹੀਂ ਹੈ। ਤਾਂ ਸੈਂਚੁਰੀ ਈਅਰ ਲੀਪ ਈਅਰ ਉਹੀ ਹੁੰਦਾ ਹੈ ਬੇਟੇ ਜਿਹੜੇ 400 ਨਾਲ ਡਿਵੀਜ਼ੀਬਲ ਹੋ ਜਾਣਾ। ਇੱਥੇ 4 ਲਿਖਿਆ ਹੋਇਆ ਹੈ ਗਲਤੀ ਨਾਲ ਬੇਟਾ, ਇੱਥੇ 400 ਆਏਗਾ, ਰਾਈਟ। ਜਿਵੇਂ ਕਿ ਇਹ 400 ਹੈ ਤਾਂ ਇਹ ਜਿਹੜਾ ਹੈ ਡਿਵੀਜ਼ੀਬਲ ਹੈ ਬੇਟਾ ਉਹਦੇ ਨਾਲ, ਇਹ 800 ਇਹ ਵੀ ਡਿਵੀਜ਼ੀਬਲ ਹੈ, 2000 ਇਹ ਵੀ ਡਿਵੀਜ਼ੀਬਲ ਹੈ, 1600 ਇਹ ਵੀ ਡਿਵੀਜ਼ੀਬਲ ਹੈ। ਤਾਂ ਇਹ ਜਿਹੜੀਆਂ ਪ੍ਰੋਪਰਟੀਜ਼ ਆਪਾਂ ਸਿੱਖ ਲਈਆਂ ਇਹਨਾਂ ਤੋਂ ਆਉਂਦੇ ਨੇ ਲੈਵਲ 1 ਦੇ ਜਾਂ ਟਾਈਪ 1 ਦੀ ਤਰ੍ਹਾਂ ਦੇ ਕੁਐਸਚਨ ਬੇਟਾ। ਦੇਖਦੇ ਹਾਂ ਉਹ ਕੁਐਸਚਨ ਕੀ ਹੋਣਗੇ। ਜਿਵੇਂ ਦੇਖੋ ਤੁਹਾਡੇ ਕੋਲੇ ਪਹਿਲਾ ਕੁਐਸਚਨ ਆ ਗਿਆ ਕਿ 1 ਜਨਵਰੀ 2007 ਨੂੰ ਜਿਹੜਾ ਹੈ ਉਹ ਮੰਡੇ ਹੈ ਜੀ, ਤਾਂ 1 ਜਨਵਰੀ 2008 ਨੂੰ ਕਿਹੜਾ ਦਿਨ ਹੋਏਗਾ, ਤਾਂ ਆਪਾਂ ਇਹਨੂੰ ਫਾਈਂਡ ਆਊਟ ਕਰ ਲਿਆ ਗਿਆ ਜੀ। 1 ਜਨਵਰੀ 2000 ਜਿਹੜਾ ਹੈ 7 ਹੈ ਬੇਟਾ, ਉਸ ਵਾਲੇ ਦਿਨ ਕੀ ਹੈ ਤੁਹਾਡੇ ਕੋਲ, ਮੰਡੇ। ਔਰ ਹੁਣ ਤੱਕ ਤੁਸੀਂ ਸਿੱਖ ਲਿਆ ਹੈ ਕਿ ਉਸੇ ਹੀ ਸਾਲ ਲਾਸਟ ਡੇ ਜਿਹੜਾ ਸੇਮ ਹੁੰਦਾ ਹੈ ਨਾਰਮਲ ਈਅਰ ਦੇ ਵਿੱਚ, ਤਾਂ ਉਹ ਵੀ ਕੀ ਹੋਏਗਾ 7 ਦੇ ਵਿੱਚ ਹੀ ਮੰਡੇ ਹੀ ਹੋਏਗਾ। ਤਾਂ
31 ਦਸੰਬਰ ਤੋਂ ਬਾਅਦ ਅਗਲਾ ਦਿਨ ਕਿਹੜਾ ਹੁੰਦਾ ਹੈ 1 ਜਨਵਰੀ। ਕਿਹੜਾ ਆਏਗਾ 1 ਜਨਵਰੀ 2008 ਦਾ ਬੇਟੇ। ਤਾਂ ਉਸ ਦਿਨ ਕਿਹੜਾ ਦਿਨ ਹੋਏਗਾ ਮੰਡੇ ਤੋਂ ਬਾਅਦ ਟਿਊਜ਼ਡੇ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਆਪਾਂ ਇਸ ਨੂੰ ਇੰਪਲੀਮੈਂਟ ਕਰਦੇ ਹਾਂ ਬੇਟਾ। ਹੁਣ ਇਸ ਕੁਐਸਚਨ ਨੂੰ ਐਗਜ਼ਾਮੀਨਰ ਥੋੜਾ ਲੌਂਗ ਜਾਂ ਟਫ ਬਣਾਉਣ ਦੇ ਲਈ ਕੀ ਕਰ ਦੇਗਾ ਬੇਟੇ, ਇੱਥੇ ਮੰਨ ਲਓ ਉਸਨੇ ਲਿਖ ਦਿੱਤਾ 2009 ਦਾ ਕਿਹੜਾ ਦਿਨ ਹੋਏਗਾ ਜਾਂ 10 ਵੀ ਲਿਖ ਸਕਦਾ ਹੈ। ਤਾਂ ਆਪਾਂ ਇਹਨੂੰ ਫਾਈਂਡ ਆਊਟ ਕਰਦੇ ਹਾਂ। 1 ਜਨਵਰੀ 2007 ਨੂੰ ਬੇਟਾ ਕੀ ਦਿਨ ਦਿੱਤਾ ਹੋਇਆ ਉਹਨਾਂ ਨੇ ਮੰਡੇ। 1 ਜਨਵਰੀ 2008 ਨੂੰ ਬੇਟਾ ਫਿਰ ਇਹਦੇ ਤੋਂ ਇੱਕ ਦਿਨ ਅਗਲਾ ਆ ਜਾਏਗਾ ਨਾ, ਤਾਂ ਉਹ ਕੀ ਆ ਗਿਆ ਜੀ ਟਿਊਜ਼ਡੇ। ਠੀਕ ਹੈ ਬੇਟਾ। ਹੁਣ 1 ਜਨਵਰੀ 2009 ਦੀ ਗੱਲ ਕਰਦੇ ਹਾਂ ਤਾਂ ਇੱਥੇ ਹੁਣ ਜਿਹੜਾ ਦਿਨ ਹੈ ਉਹ ਇਹ ਵਾਲਾ ਜਿਹੜਾ 8 ਹੈ ਬੇਟਾ, ਇਹ ਇੱਕ ਆ ਗਿਆ ਤੁਹਾਡੇ ਕੋਲ ਲੀਪ ਈਅਰ। ਔਰ ਲੀਪ ਈਅਰ ਦਾ ਲਾਸਟ ਡੇ ਆਪਾਂ ਜਾਣਦੇ ਹਾਂ ਕਿ ਇਹਦੇ ਤੋਂ ਇੱਕ ਦਿਨ ਵੱਧ ਹੁੰਦਾ ਹੈ। ਟਿਊਜ਼ਡੇ ਦੀ ਜਗ੍ਹਾ ਤੇ ਕੀ ਆ ਜਾਏਗਾ ਵੈਡਨਸਡੇ। ਤਾਂ ਅਗਰ 31 ਦਸੰਬਰ 2008 ਨੂੰ ਵੈਡਨਸਡੇ ਹੈ ਤਾਂ 1 ਜਨਵਰੀ 2009 ਨੂੰ ਕੀ ਆ ਜਾਏਗਾ ਥਰਸਡੇ। ਠੀਕ ਹੈ ਬੇਟੇ। ਤਾਂ ਇਸ ਤਰੀਕੇ ਨਾਲ ਤੁਸੀਂ ਇਹਨਾਂ ਸਵਾਲਾਂ ਦੇ ਆਨਸਰ ਜਿਹੜੇ ਨੇ ਉਹ ਫਾਈਂਡ ਆਊਟ ਕਰ ਸਕਦੇ ਹੋ। ਉਸ ਤੋਂ ਬਾਅਦ ਆਉਂਦਾ ਜੀ ਹਾਊ ਮੈਨੀ ਲੀਪ ਈਅਰ ਡਜ਼ 100 ਈਅਰਸ ਹੈਵ। 100 ਸਾਲਾਂ ਦੇ ਵਿੱਚ ਕਿੰਨੇ ਲੀਪ ਈਅਰ ਜਿਹੜੇ ਉਹ ਆਉਂਦੇ ਨੇ। ਦੇਖੋ 100 ਈਅਰਸ ਜਿਹੜੀ ਹੈ ਨਾ 100 ਜਿਹੜੇ ਪਹਿਲੀ ਸੈਂਚੁਰੀ ਹੈ। ਅਗਰ ਇਹ ਸੈਂਚੁਰੀ ਜਿਹੜੀ ਹੈ 100 ਸੈਂਚੁਰੀ ਇਹ 400 ਦੇ ਨਾਲ ਡਿਵੀਜ਼ੀਬਲ ਨਹੀਂ ਹੈ, ਇਸ ਕਰਕੇ ਇਹਦੇ ਵਿੱਚ ਸਿਰਫ ਆਣੇ ਨੇ ਤੁਹਾਡੇ 24 ਈਅਰਸ। ਠੀਕ ਹੈ ਬੇਟਾ। ਅਗਰ ਇਹ ਹੁੰਦੇ 400s ਤਾਂ ਫਿਰ ਜਿਹੜਾ ਅਸੀਂ ਦੇਖੋ 24 ਕਰਕੇ ਜਿਹੜਾ ਹੈ ਪਹਿਲੇ 100 ਸਾਲਾਂ ਦੇ 24 ਸਾਲ ਆ ਜਾਣੇ ਨੇ। ਅੱਗੇ ਜਿਹੜੇ 200 ਸਾਲ ਸੀ 24 ਸਾਲ ਉਹਨਾਂ ਦੇ ਆ ਜਾਣੇ ਨੇ ਬੇਟਾ। 300 ਸਾਲ ਦੇ ਵੀ 24 ਸਾਲ ਆ ਜਾਣੇ ਨੇ ਬੇਟੇ ਇੱਥੇ। ਲੇਕਿਨ ਜਿਹੜਾ ਅਗਲਾ 400 ਸਾਲ ਸੀ ਉਹਦੇ ਵਿੱਚ ਹੋ ਜਾਣੇ ਨੇ ਪੂਰੇ 25, ਕਿਉਂਕਿ ਜਿਹੜਾ 400 ਹੈ ਇਹ ਵੀ ਉਹਦੇ ਨਾਲ ਡਿਵੀਜ਼ੀਬਲ ਹੈ। ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਾਈਂਡ ਆਊਟ ਕਰਦੇ ਹਾਂ ਬੇਟੇ। ਤੁਸੀਂ 100 ਨੂੰ 4 ਨਾਲ ਡਿਵਾਈਡ ਕਰ ਲਿਆ, ਮੰਨ ਲਓ 100 ਡਿਵਾਈਡਡ ਬਾਈ 4, ਤਾਂ ਦੇਖੋ ਬੇਟੇ ਇੱਥੇ ਸਾਨੂੰ ਪਤਾ ਚੱਲ ਗਿਆ ਕੋਸ਼ੈਂਟ ਆ ਗਈ 25। ਲੇਕਿਨ ਇਹ ਜਿਹੜੀ ਨਾ ਸੈਂਚੁਰੀ ਹੈ ਇੱਕ 100 ਜਿਹੜਾ ਹੈ ਉਹ ਇੱਕ ਸੈਂਚੁਰੀ ਈਅਰ ਹੈ। ਤਾਂ ਸੈਂਚੁਰੀ ਈਅਰ ਬੇਟੇ ਆਪਾਂ ਸਿਰਫ ਤੇ ਸਿਰਫ 400 ਨਾਲ ਹੀ ਡਿਵਾਈਡ ਕਰਕੇ ਕੱਢ ਸਕਦੇ ਹਾਂ। 4 ਨਾਲ ਡਿਵਾਈਡ ਕਰਕੇ ਨਹੀਂ ਕੱਢ ਸਕਦੇ। ਸੋ ਸਾਡੇ ਇਸ ਸਵਾਲ ਦਾ ਆਨਸਰ ਜਿਹੜਾ ਆਉਂਦਾ ਹੈ 24। ਇਹਨੂੰ ਇਦਾਂ ਹੀ ਯਾਦ ਰੱਖਿਓ, ਸਿੱਧਾ ਇਦਾਂ ਹੀ ਡਾਇਰੈਕਟ ਪੁੱਛਿਆ ਜਾਏਗਾ ਕੁਐਸਚਨ ਤੁਹਾਨੂੰ ਇਹ ਵਾਲਾ। ਅੱਗੇ ਬੇਟਾ ਦੇਖਦੇ ਹਾਂ। ਹੁਣ ਇਹ ਆ ਗਿਆ ਜੀ 1 ਜਨਵਰੀ ਨੂੰ ਕਹਿੰਦੇ ਆ 1 ਜਨਵਰੀ 2008 ਨੂੰ ਸਾਨੂੰ ਦਿੱਤਾ ਹੋਇਆ ਹੈ ਬੇਟਾ ਦਿਨ। ਕਿਹੜਾ ਦਿਨ ਦਿੱਤਾ ਹੋਇਆ ਹੈ ਜੀ ਟਿਊਜ਼ਡੇ। ਔਰ 1 ਜਨਵਰੀ 2009 ਦਾ ਦਿਨ ਜਿਹੜਾ ਹੈ ਉਹ ਤੁਹਾਡੇ ਤੋਂ ਪੁੱਛ ਲਿਆ ਗਿਆ ਹੈ ਬੇਟੇ। ਕਿਹੜਾ ਹੋਏਗਾ ਉਹ ਚੀਜ਼ ਆਪਾਂ ਫਾਈਂਡ ਆਊਟ ਕਰਨੀ ਹੈ। ਤਾਂ ਇਹ ਕੀ ਹੈ ਜੀ ਇੱਕ ਲੀਪ ਈਅਰ। ਤਾਂ ਇਸ ਦੀ 1 ਤਰੀਕ ਨੂੰ ਟਿਊਜ਼ਡੇ ਹੈ ਤਾਂ ਇਸ ਦੀ ਜਿਹੜੀ 31 ਦਸੰਬਰ ਵਾਲੀ ਦਿਨ ਹੋਏਗਾ ਜਿਹੜਾ ਉਹ ਕੀ ਹੋਏਗਾ ਇਸ ਤੋਂ ਇੱਕ ਦਿਨ ਜਸਟ ਅੱਗੇ। ਟਿਊਜ਼ਡੇ ਤੋਂ ਬਾਅਦ ਨੈਕਸਟ ਕੀ ਆ ਜਾਂਦਾ ਬੇਟੇ ਵੈਡਨਸਡੇ। ਤਾਂ ਉਸ ਤੋਂ ਇੱਕ ਦਿਨ ਬਾਅਦ ਕੀ ਆ ਜਾਏਗਾ ਥਰਸਡੇ। ਸੋ ਸਾਡਾ ਆਨਸਰ ਕੀ ਹੋ ਗਿਆ, ਸਾਡਾ ਆਨਸਰ ਹੋਏਗਾ ਥਰਸਡੇ। ਨੈਕਸਟ ਬੇਟਾ ਤੁਹਾਡੇ ਕੋਲ ਆ ਜਾਂਦਾ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਲੀਪ ਈਅਰ। ਲੀਪ ਈਅਰ ਆਪਾਂ ਪਿੱਛੇ ਸਿੱਖ ਲਿਆ ਸੈਂਚੁਰੀ ਈਅਰਸ ਨੇ ਸਾਰੇ। ਤਾਂ ਸੈਂਚੁਰੀ ਈਅਰਸ ਦੇ ਵਿੱਚੋਂ ਲੀਪ ਈਅਰ ਉਹੀ ਹੋਏਗਾ ਜਿਹੜਾ ਕਿ ਤੁਹਾਡਾ ਡਿਵੀਜ਼ੀਬਲ ਹੋ ਜਾਏਗਾ 400 ਦੇ ਨਾਲ। ਇਹ ਪੂਰੀ ਤਰ੍ਹਾਂ ਡਿਵੀਜ਼ੀਬਲ ਹੈ, ਇਹ ਵੀ ਪੂਰੀ ਤਰ੍ਹਾਂ ਡਿਵੀਜ਼ੀਬਲ ਹੈ ਬੇਟਾ, ਇਹ ਵੀ ਪੂਰੀ ਤਰ੍ਹਾਂ ਡਿਵੀਜ਼ੀਬਲ ਹੈ। ਤਾਂ ਇਹ ਸਾਰੇ ਦੇ ਸਾਰੇ ਲੀਪ ਈਅਰ ਹੋ ਜਾਣਗੇ, ਲੇਕਿਨ 700 ਜਿਹੜਾ ਲੀਪ ਈਅਰ ਨਹੀਂ ਹੋਏਗਾ। ਸੋ ਦਿਸ ਇਜ਼ ਯੋਰ ਆਨਸਰ, ਕਿਉਂਕਿ ਇਹ 400 ਨਾਲ ਡਿਵੀਜ਼ੀਬਲ ਨਹੀਂ ਹੈ ਜੀ। ਨੈਕਸਟ ਬੇਟਾ ਅੱਗੇ ਆ ਜਾਂਦਾ ਹੈ ਰੂਲ ਨੰਬਰ 2 ਵਾਲੇ ਜਿਹੜੀ ਟਾਈਪ ਆਉਂਦੀ ਹੈ ਸਾਡੀ ਉਹਦੇ ਵਿੱਚੋਂ। ਇਹਦੇ ਵਿੱਚ ਕੀ ਹੈ ਕਿ ਜਿਹੜਾ ਇੱਕ ਵੀਕ ਹੁੰਦਾ ਹੈ ਉਹਦੇ ਵਿੱਚ ਹੁੰਦੇ ਨੇ 7 ਦਿਨ ਜੀ। ਬਿਲਕੁਲ ਠੀਕ ਹੈ ਜੀ, 7 ਹੀ ਦਿਨ ਹੁੰਦੇ ਨੇ। ਤਾਂ ਇਹਦੇ ਵਿੱਚ ਨਵੀਂ ਕੀ ਚੀਜ਼ ਹੈ, ਨਵੀਂ ਚੀਜ਼ ਇਹ ਹੈ ਬੇਟਾ ਕਿ ਆਪਾਂ ਇਹ ਸਿੱਖਾਂਗੇ ਕਿ ਇਹ 7 ਡੇ ਵਾਲੇ ਰੂਲ ਨੂੰ ਆਪਾਂ ਅਪਲਾਈ ਕਰਕੇ ਆਪਣੇ ਸਵਾਲ ਕਿਸ ਤਰ੍ਹਾਂ ਬਣਾਵਾਂਗੇ, ਉਹਨਾਂ ਦੇ ਆਨਸਰ ਕਿਵੇਂ ਫਾਈਂਡ ਆਊਟ ਕਰਾਂਗੇ। ਠੀਕ ਹੈ ਜੀ। ਇਹਦੇ ਵਿੱਚ ਕੀ ਚੀਜ਼ ਹੁੰਦੀ ਹੈ, ਅਗਰ ਤੁਹਾਨੂੰ ਇੱਕ ਦਿਨ ਦਿੱਤਾ ਹੋਇਆ ਕਿ ਅੱਜ ਹੈਗਾ ਸੰਡੇ, ਠੀਕ ਹੈ, ਸੰਡੇ ਤੋਂ ਬਾਅਦ ਇਹਦੇ ਵਿੱਚ ਅਗਰ ਆਪਾਂ 7 ਦਿਨ ਹੋਰ ਜੋੜ ਦੇਵਾਂਗੇ ਤਾਂ ਸਾਡੇ ਕੋਲ ਫਿਰ ਜਿਹੜਾ ਆਨਸਰ ਹੈ ਉਹ ਕੀ ਆਏਗਾ ਸੇਮ ਡੇ ਸੰਡੇ ਹੀ ਆ ਜਾਏਗਾ ਜੀ। ਇਹੀ ਚੀਜ਼ ਇੱਥੇ ਲਿਖੀ ਹੋਈ ਹੈ ਬੇਟਾ, ਰਾਈਟ। ਤਾਂ ਇਹਦੇ ਤੋਂ ਆਪਾਂ ਆਨਸਰ ਜਿਹੜੇ ਨੇ ਉਹ ਫਾਈਂਡ ਆਊਟ ਕਰਦੇ ਹਾਂ ਕੁਐਸਚਨਸ ਤੇ। ਠੀਕ ਹੈ, ਜਿਵੇਂ ਆਪਾਂ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਬਈ ਠੀਕ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜਾ ਹੈਗਾ ਤੁਸੀਂ 50 ਡੇਜ਼ ਦੇ ਬਾਅਦ ਕਿਹੜਾ ਦਿਨ ਹੋਏਗਾ। ਅੱਜ ਉਹਨਾਂ ਨੇ ਕਹਿਤਾ ਜੀ ਅੱਜ ਹੈਗਾ ਮੰਡੇ, ਰਾਈਟ ਬੇਟੇ। ਅੱਜ ਵਾਲੀ ਡੇਟ ਉਹਨਾਂ ਨੇ ਦੇ ਦਿੱਤਾ ਸਾਨੂੰ, ਡੇ ਦੇ ਦਿੱਤਾ ਜੀ ਅੱਜ ਹੈ ਤੁਹਾਡੇ ਕੋਲ ਮੰਡੇ। ਤਾਂ 50 ਦਿਨ ਬਾਅਦ ਕਿਹੜਾ ਦਿਨ ਹੋਏਗਾ। ਤਾਂ ਆਪਾਂ 50 ਨੂੰ ਜਿਹੜਾ ਹੈ ਉਹ 7 ਨਾਲ ਡਿਵਾਈਡ ਕਰਾਂਗੇ ਬੇਟਾ।
क्यों डिवाइड करांगे? क्योंकि सानू पता है ਆਪਾਂ 7 ਦਿਨਾਂ ਦੇ ਬਾਅਦ 7 ਦਿਨ ਜੋੜਾਂਗੇ ਤਾਂ ਨੈਕਸਟ ਉਹੀ ਦਿਨ ਆ ਜਾਣਾ ਹੈ। ਤਾਂ 7 ਦੇ ਆਪਾਂ ਪੇਅਰ ਬਣਾਤੇ 7 14 21 28 ਇਸ ਤਰੀਕੇ ਨਾਲ ਕਰਕੇ 7 ਨਾਲ ਡਿਵਾਈਡ ਕਰ ਦਾਂਗੇ। 7 7 ਜਾਂ 49 ਡੇਜ਼ ਜਿਹੜੇ ਨੇ ਉਹ ਨਿਕਲ ਜਾਣਗੇ ਕਿਉਂਕਿ 49th ਡੇ ਜਿਹੜਾ ਹੈ ਉਹ ਫਿਰ ਕੀ ਆ ਜਾਏਗਾ? ਮੰਡੇ ਹੀ ਆ ਜਾਏਗਾ। ਤਾਂ ਮੰਡੇ ਤੋਂ ਇਹ ਕੀ ਹੈ 50, ਇੱਕ ਰਿਮਾਈਂਡਰ ਬਚ ਗਿਆ, ਇੱਕ ਰਿਮਾਈਂਡਰ ਮਚ ਗਿਆ ਤਾਂ ਮੰਡੇ ਤੋਂ ਇੱਕ ਦਿਨ ਅੱਗੇ ਚਲੇ ਜਾਓ, ਉਹ ਕੀ ਆ ਜਾਏਗਾ ਜੀ? ਟਿਊਜ਼ਡੇ। ਤਾਂ ਇਹ ਹੋ ਜਾਏਗਾ ਤੁਹਾਡਾ ਆਨਸਰ। ਅੱਗੇ ਇਹਨਾਂ ਦੇ ਨਾਲ ਦੇ ਕੁਐਸਚਨ ਆਉਣਗੇ ਫਿਰ ਉੱਥੇ ਸਾਨੂੰ ਪਤਾ ਚੱਲ ਜਾਏਗਾ। ਉਸ ਤੋਂ ਬਾਅਦ ਬੇਟੇ ਇੱਕ ਇੰਪੋਰਟੈਂਟ ਔਰ ਬੜਾ ਹੀ ਸੌਖਾ ਜਿਹਾ ਕਨਸੈਪਟ ਆਉਂਦਾ ਹੈ ਕੈਲੰਡਰ ਦੀ ਰਿਪੀਟੇਸ਼ਨ ਤੋਂ। ਕਹਿੰਦੇ ਨੇ ਕਿ ਕੈਲੰਡਰ ਜਿਹੜਾ ਹੈ ਆਪਣੇ ਆਪ ਨੂੰ ਰਿਪੀਟ ਕਦੋਂ ਕਰਦਾ ਹੈ ਬੇਟੇ? ਅਗਰ ਤਾਂ ਨਾਰਮਲ ਈਅਰ ਨੇ ਤਾਂ ਕੈਲੰਡਰ ਜਰਨਲੀ ਆਪਣੇ ਆਪ ਨੂੰ 6 ਸਾਲ ਔਰ 11 ਸਾਲ ਦੇ ਬਾਅਦ ਰਿਪੀਟ ਕਰਦਾ ਹੈ, ਰਾਈਟ ਬੇਟੇ। ਔਰ ਅਗਰ ਲੀਪ ਈਅਰ ਹੈ ਤਾਂ ਫਿਰ ਕੈਲੰਡਰ ਆਪਣੇ ਆਪ ਨੂੰ 28 ਸਾਲ ਬਾਅਦ ਰਿਪੀਟ ਕਰਦਾ ਹੈ। ਇਹ ਚੀਜ਼ ਹੁਣ ਥੋੜੀ ਜਿਹੀ ਆਪਾਂ ਸਿੱਖਦੇ ਹਾਂ ਕਿਵੇਂ। ਇਸ ਟੇਬਲ ਦੇ ਵੱਲ ਧਿਆਨ ਦਿਓ। ਇਹ 2012 ਇੱਕ ਲੀਪ ਈਅਰ ਹੈ ਬੇਟਾ। 2013 ਇਹ ਲੀਪ ਈਅਰ ਤੋਂ ਬਾਅਦ ਫਸਟ ਈਅਰ ਹੈ। ਇਹ ਲੀਪ ਈਅਰ ਤੋਂ ਬਾਅਦ ਜਿਹੜਾ ਹੈ ਸੈਕੰਡ ਈਅਰ ਹੈ। ਇਹ ਲੀਪ ਈਅਰ ਤੋਂ ਬਾਅਦ ਜਿਹੜਾ ਹੈ ਉਹ ਥਰਡ ਈਅਰ ਹੈ। ਜਿਵੇਂ ਇੱਧਰ ਦੇਖੋ ਇਹ ਆ ਗਿਆ ਜੀ 2016। 2016 ਤੋਂ ਬਾਅਦ ਬੇਟੇ ਆ ਰਿਹਾ 2017। ਤਾਂ ਇਹ ਲੀਪ ਈਅਰ ਤੋਂ ਬਾਅਦ ਜਿਹੜਾ ਹੈ ਫਸਟ ਈਅਰ ਹੈ, ਠੀਕ ਹੈ। ਲੀਪ ਈਅਰ ਤੋਂ ਬਾਅਦ ਪਹਿਲੇ ਨੰਬਰ ਤੇ ਆ ਰਿਹਾ ਹੈ 2018। ਇਹ ਲੀਪ ਈਅਰ ਤੋਂ ਬਾਅਦ ਸੈਕੰਡ ਈਅਰ ਹੈ, मतलब सैकंड पोजीशन ते आ गया। पोजीशन ला लो इसकी सैकंड पोजीशन ते है, राइट। और उस तो बाद मान लो अगे आ गया तुहाडा 2019। यह किनवी ते है बेटा? ये है जी साडे कोल थर्ड पोजीशन ते। फर्स्ट सैकंड थर्ड ये 3 पोजीशन हो गई राजे। हुण देखो यह जिहड़ा ईयर दिते हुए ने सानू उन्होंने फर्स्ट पोजीशन, सैकंड पोजीशन, थर्ड पोजीशन। पहली चीज़ तुहानू क्लीयर होगी कि फर्स्ट पोजीशन किनू कहते हैं, सैकंड पोजीशन और थर्ड पोजीशन। फिर अगे वधदे आं आपां। ਹੁਣ ਜੇ ਤਾਂ ਜਿਹੜਾ ਸਾਲ ਸਾਨੂੰ ਦਿੱਤਾ ਹੋਇਆ ਹੈ ਜਿਵੇਂ ਇਹਨਾਂ ਨੇ ਦਿੱਤਾ ਹੋਇਆ 2013, ਠੀਕ ਹੈ ਜੀ, ਤਾਂ ਤੁਸੀਂ ਪਹਿਲਾਂ ਇਹ ਕਰੋਗੇ ਕਿ ਇਹ ਕਿਹੜੀ ਪੋਜੀਸ਼ਨ ਤੇ ਆ ਰਿਹਾ। ਲੀਪ ਈਅਰ ਤੋਂ ਬਾਅਦ ਇਹ ਪਹਿਲੇ ਨੰਬਰ ਤੇ ਆ ਰਿਹਾ, ਦੂਜੇ ਤੇ ਜਾਂ ਤੀਸਰੇ ਤੇ? ਪਹਿਲੇ ਤੇ ਆ ਰਿਹਾ ਬੇਟਾ, ਤਾਂ ਇਹਦੇ ਵਿੱਚ ਜੋੜਾਂਗੇ ਆਪਾਂ 6 ਸਾਲ। ਜਿੱਦਾਂ 2013 ਤੁਹਾਨੂੰ ਦਿੱਤਾ ਹੋਇਆ ਹੈ ਇਹਦੇ ਵਿੱਚ ਪਲੱਸ ਕਰ ਦਿਓ 6 ਈਅਰ, ਤਾਂ 2019 ਦਾ ਕੈਲੰਡਰ ਜਿਹੜਾ ਹੈ ਉਹ ਬਿਲਕੁਲ ਸੇਮ ਹੋਏਗਾ ਤੁਹਾਡੇ 2013 ਦੇ ਨਾਲ, ਠੀਕ ਹੈ ਬੱਚੇ। अगर गिवन ईयर जिहड़ा है वो सैकंड पोजीशन ते है इत्थे जिवें 2014 है तो फिर उहदे विच किन्ने जोड़ांगे आपां? उहदे विच जोड़ांगे जी 11, ठीक है बेटे। उन्हां विच इह जोड़ देवांगे तो यह जिहड़ा है तुहाडा फिर वो की हो जाएगा आंसर। मतलब 2014 जिहड़ा कैलेंडर है वो किहदे नाल मैच करेगा? 2025 साल दे नाल, बिल्कुल। तीसरी पोजीशन ते है तो तद भी उहदे विच आपां किन्ने जोड़दे हां? 11। तो आप एक चीज़ सीख ली, अगर तो लीप ईयर तो जस्ट 1 साल बाद आ रहा है तो 6 प्लस करांगे जी। अगर दूसरे नंबर ते या तीजे नंबर ते आ रहा है तो किन्ने जोड़ांगे जी? आप 11 जोड़ांगे। इसीलिए कहता कि कैलेंडर अपने आप जां तां 6 साल या 11 साल के बाद करता है रिपीट। हुण ये तो हो गई बेटे इन्हां दियां, लेकिन हुण लीप ईयर दी भी तां दसो ना सर। हाँ जी, तो लीप ईयर के बारे की है बेटा? लीप ईयर दे विच ये है कि लीप ईयर अपने आप रिपीट करता है 28 सालों के बाद। कंसैप्ट क्लीयर हो गया बेटे। तो हुण वधदे हां अगे इसने सवालों तो। ये सवाल जिहड़े किद्दां आउंदे ने देखो जी, उन्होंने दे दिता सानू 2007। ये कहंदा इहदा कैलेंडर कदों होएगा? तो पहलां तां तुसीं 2007 की पोजीशन फाइंड करनी है। इस तो पहलां किहड़ा ईयर आएगा बेटे? इहदे तो पहलां ईयर आएगा जी 2006, 2005, 2004। दिस इज़ अ लीप ईयर। यह आ गया फस्ट पोजीशन ते, यह आ गया सैकंड पोजीशन ते, और ये आ गया बेटा थर्ड पोजीशन ते। और थर्ड पोजीशन वाले च आपां किन्ने जोड़ते हैं जी? असीं सीख लिया सी 11 जोड़ते हैं। 11 जोड़ांगे तो की बन जाएगा जी? 2018। यह हो गया तुहाडा आंसर। बस इन्ना ही काम है बेटे, कुछ होर औखा सौखा काम है ही नहीं। दिस इज़ योर आंसर। देखिया कितना सौखा सीगा। अगे एक सवाल होर करते हैं। देखो 1938। तो पहला बेटे तुसी की चीज़ फाइंड करनी? तुसी फाइंड करनी यदि पोजीशन है पहले नंबर ते, दूजे ते या तीजे नंबर ते। उस हिसाब नाल ही फिर तुसी इसका आंसर बनाओगे। तो ये तो पहला किहड़ा होएगा? 1937। उस तो पहला किहड़ा होएगा? 1936। तो यह जिहड़ा 1936 है बेटा, ये की है? एक लीप ईयर। तो यह किहड़ी है? फस्ट पोजीशन ते है। और 38 किहड़े पोजीशन ते है? सैकंड पोजीशन ते। थर्ड और सैकंड च आपां की जोड़दे हां जी? थर्ड और सैकंड दे विच तुसी जोड़ दिओ 11। तो 8 और 1 की हो गया बेटे? 9, 3 और 1 4, 1949। सो दिस इज़ योर आंसर। बी ऑप्शन तुहाडी जिहड़ी वो आंसर होएगी। हुण आ गया जी 1992। 1992 है जिहड़ा बेटा, ये एक 92 की है, एक लीप ईयर है। और लीप ईयर दे विच आपां सिक्ख्या है कि वो कदों रिपीट करता है? वो रिपीट करता है आफ्टर 28 ईयर्स। तो इन्हां नूं आपां सम करांगे जी जरा, और ये तुहाडे कोल आ जाणगे बेटा 0, एक कैरी लै जाएगा, इत्थे 2 बन जाएंगे, यह भी 0 है 2। 2020
ਤਾਂ ਇਹ ਰਿਪੀਟ ਕਰੇਗਾ ਜੀ 1920 ਦੇ ਵਿੱਚ। ਸੋ ਇਹ ਨੇ ਬੇਟਾ ਕੈਲੰਡਰ ਦੀ ਰਿਪੀਟੇਸ਼ਨ ਤੋਂ ਕੁਐਸਚਨ। ਇਹ 3 ਹੀ ਕੇਸ ਬਣਦੇ ਨੇ, ਇਹਨਾਂ 3 ਕੇਸਾਂ ਦੇ ਵਿੱਚੋਂ ਹੀ ਸਾਨੂੰ ਜਿਹੜੇ ਨੇ ਉਹ ਸਵਾਲ ਆਉਂਦੇ ਨੇ ਜੀ ਬੇਟਾ। ਤਾਂ ਹੁਣ ਤੱਕ ਆਪਾਂ ਕੀ ਸਿੱਖ ਲਿਆ? ਅਸੀਂ ਸਿੱਖ ਲਿਆ ਬਈ ਕਿ ਜਿਹੜੇ ਇਹ ਨੌਨ ਲੀਪ ਈਅਰ ਨੇ ਨਾ, ਇਹ ਕਦੋਂ ਰਿਪੀਟ ਕਰਦੇ ਨੇ? ਇਹ ਰਿਪੀਟ ਕਰਦੇ ਨੇ 6 ਸਾਲ ਜਾਂ 11 ਸਾਲ ਬਾਅਦ। ਔਰ ਜਿਹੜਾ ਬੇਟੇ ਲੀਪ ਈਅਰ ਹੈ ਕਦੋਂ ਰਿਪੀਟ ਕਰਦਾ ਹੈ ਜੀ? ਇਹ ਰਿਪੀਟ ਕਰਦਾ ਹੈ ਬੇਟਾ ਹਰ 28 ਸਾਲ ਦੇ ਬਾਅਦ। ਸੋ ਇਹ ਚੀਜ਼ ਹੋ ਗਈ ਸਾਡੀ ਕਲੀਅਰ। ਵੱਧਦੇ ਹਾਂ ਬੇਟਾ ਅੱਗੇ। ਜਿਹੜੀ ਪਹਿਲੀ ਚੀਜ਼ ਆਪਾਂ ਸਿੱਖੀ ਸੀ 7 ਦਿਨਾਂ ਵਾਲੀ ਹਫਤੇ ਦੇ ਵਿੱਚ, ਦੇਖੋ ਇਹਨਾਂ ਕੀ ਦਿੱਤਾ ਹੋਇਆ ਹੈ, ਕਹਿੰਦੇ 2 days ਮੰਡੇ, ਅੱਜ ਕਹਿੰਦੇ ਸੋਮਵਾਰ ਹੈ ਜੀ, ਔਰ 61 ਡੇਜ਼ ਦੇ ਬਾਅਦ ਕਿਹੜਾ ਦਿਨ ਆਏਗਾ? 61 ਨੂੰ ਬੇਟਾ 7 ਦੇ ਨਾਲ ਡਿਵਾਈਡ ਕਰੋ ਤੁਸੀਂ, ਠੀਕ ਹੈ ਜੀ। ਤਾਂ 7 8 56 ਔਰ ਸਾਡੇ ਕੋਲ ਇੱਥੇ ਬਚ ਗਿਆ ਜੀ 5। ਇਹ ਆ ਗਿਆ ਸਾਡਾ ਆਨਸਰ। ਤਾਂ ਬੇਟੇ ਮੰਡੇ ਦੇ ਵਿੱਚ ਹੁਣ ਤੁਸੀਂ ਕੀ ਕਰਨਾ ਹੈ? 5 ਜੋੜਨੇ ਨੇ, 1 2 3 4 5। ਮੰਡੇ ਤੋਂ ਬਾਅਦ ਟਿਊਜ਼ਡੇ, ਵੈਡਨਸਡੇ, ਥਰਸਡੇ, ਫਰਾਈਡੇ ਐਂਡ ਸੈਟਰਡੇ। ਇਹ ਹੋਏਗਾ ਸਾਡਾ ਆਨਸਰ। ਇਸ ਤਰੀਕੇ ਨਾਲ ਵੀ ਕਰ ਲਓ, ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਇਹਨੂੰ ਇਸ ਤਰੀਕੇ ਨਾਲ ਵੀ ਜਾ ਸਕਦੇ ਹੋ ਜੀ। ਇੱਥੇ 61 ਔਰ ਸਾਨੂੰ ਪਤਾ ਹੈ 9 ਤੇ ਜਾਓਗੇ ਤੁਸੀਂ ਅਗਰ, ਤਾਂ 9 ਦੇ ਨਾਲ 63। ਇਹ ਵਾਲਾ ਜਿਹੜਾ ਹੈ ਉਹ ਆ ਗਿਆ। 2 ਦਿਨ ਵੱਧ ਨੇ ਜੀ, ਮਤਲਬ ਅਗਰ 63 ਦਿਨ ਪੂਰੇ ਹੁੰਦੇ ਤਦ ਮੰਡੇ ਆ ਜਾਣਾ ਸੀਗਾ। ਤਾਂ ਹੁਣ ਫਿਰ ਆਪਾਂ ਕੀ ਕਰਾਂਗੇ? ਮੰਡੇ ਤੋਂ 2 ਦਿਨ ਪਿੱਛੇ ਨੂੰ ਜਾਣਾ ਹੈ ਜੀ। ਪਹਿਲਾ ਦਿਨ, ਦੂਸਰਾ ਦਿਨ। ਮੰਡੇ ਤੋਂ 1 ਦਿਨ ਪਿੱਛੇ ਗਿਆ ਤਾਂ ਉਹ ਕੀ ਆ ਗਿਆ ਬੇਟਾ? ਸੰਡੇ। ਦੂਜੇ ਦਿਨ ਪਿੱਛੇ ਗਿਆ ਤਾਂ ਉਹ ਕੀ ਆ ਗਿਆ ਬੇਟਾ ਤੁਹਾਡੇ ਕੋਲ? ਸੈਟਰਡੇ। ਚਾਹੇ ਤੁਸੀਂ ਇਸ ਤਰੀਕੇ ਨਾਲ ਬੇਟਾ ਕੁਐਸਚਨ ਨੂੰ ਸੋਲਵ ਕਰੋ, ਜਾਂ ਤੁਸੀਂ ਇਸ ਤਰੀਕੇ ਨਾਲ ਕੁਐਸਚਨ ਨੂੰ ਸੋਲਵ ਕਰੋ, ਸਾਡਾ ਆਨਸਰ ਜਿਹੜਾ ਹੈ ਉਹ ਕੀ ਰਹਿਣ ਵਾਲਾ ਹੈ? ਸੇਮ। ਉਹਦੇ ਉੱਪਰ ਕੋਈ ਫਰਕ ਜਿਹੜਾ ਉਹ ਨਹੀਂ ਪੈ ਰਿਹਾ ਜੀ। ਵੱਧਦੇ ਹਾਂ ਅੱਗੇ ਬੇਟਾ। ਹਾਂਜੀ, ਇਹ ਕੁਝ ਮਿਸਕਲੀਨੀਅਸ ਕੁਐਸਚਨਸ ਨੇ ਬੇਟਾ ਜਿਹੜੇ ਸਾਡੇ ਕੋਲ ਆਉਂਦੇ ਨੇ। ਜਿਵੇਂ ਇਹ ਕੁਐਸਚਨ ਹੈ, ਹਾਊ ਮੈਨੀ ਡੇਜ਼ ਆਰ ਦੇਅਰ ਇਨ ਐਕਸ ਵੀਕ ਐਂਡ ਐਕਸ ਡੇ। ਤਾਂ ਐਕਸ ਦੀ ਵੈਲਿਊ ਨੂੰ ਆਪਾਂ ਲੈ ਕੇ ਸੋਲਵ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਹਿਲਾਂ ਆਪਾਂ 1 ਮੰਨ ਲੈਂਦੇ ਹਾਂ। 1 ਵੀਕ ਮੀਨਸ 7 ਡੇ ਪਲੱਸ 1 ਡੇ, ਤਾਂ ਟੋਟਲ ਕਿੰਨੇ ਹੋ ਗਏ ਬੇਟਾ? 8 ਡੇਜ਼। 2 ਵੀਕਸ ਲਵਾਂਗੇ ਅਗਰ ਐਕਸ ਦੀ ਵੈਲਿਊ 2 ਮੰਨਦੇ ਹਾਂ, 2 ਵੀਕਸ ਮਤਲਬ 14 ਡੇਜ਼ ਔਰ 2 ਦਿਨ ਐਕਸਟਰਾ, ਕਿਉਂਕਿ 2 ਵੀਕ 2 ਡੇ। ਤਾਂ ਇਹ ਕਿੰਨੇ ਹੋ ਗਏ ਜੀ? 16। 3 ਵੀਕ ਉਹਦੇ ਵਿੱਚ 21 ਡੇਜ਼ ਆਣਗੇ ਔਰ 3 ਦਿਨ ਇਹ ਵਾਲੇ ਹੋ ਜਾਣਗੇ, ਤਾਂ ਇਹ ਕਿੰਨੇ ਹੋ ਜਾਣਗੇ ਬੇਟਾ? 24 ਡੇਜ਼। ਔਰ ਅਗਰ ਆਪਾਂ 4 ਵੀਕ ਮੰਨਦੇ ਹਾਂ ਤਾਂ ਉਹਦੇ ਵਿੱਚ ਕਿੰਨੇ ਆ ਜਾਣਗੇ? 28 ਪਲੱਸ 4 ਡੇਜ਼, ਔਰ ਇਹ ਕਿੰਨੇ ਹੋ ਜਾਣਗੇ ਬੇਟਾ? 32। ਤਾਂ ਇਹ ਜਿਹੜੀ ਚੀਜ਼ ਸਾਡੇ ਕੋਲ ਆ ਰਹੀ ਹੈ, ਆਪਾਂ ਇੱਕ ਚੀਜ਼ ਦੇਖ ਰਹੇ ਹਾਂ ਕਿ ਇਹ ਮਲਟੀਪਲੀਕੇਸ਼ਨ ਆ ਰਹੇ ਨੇ, 8 ਦੇ ਮਲਟੀਪਲਸ ਆ ਰਹੇ ਨੇ। ਔਰ ਕਿੰਨੇ ਆ ਰਹੇ ਨੇ? ਜਿੰਨੇ ਆਪਾਂ ਡੇਜ਼ ਦੀ ਵੈਲਿਊ ਮੰਨ ਰਹੇ ਹਾਂ ਓਨਾ ਹੀ ਆ ਰਿਹਾ ਹੈ। ਤਾਂ ਜੋ ਆਪਾਂ ਐਕਸ ਦੀ ਵੈਲਿਊ ਮੰਨ ਰਹੇ ਹਾਂ ਉਹ 8 ਨਾਲ ਮਲਟੀਪਲਾਈ ਹੋ ਰਹੀ ਹੈ, ਠੀਕ ਹੈ ਬੇਟਾ। ਤਾਂ ਇਸ ਕੰਡੀਸ਼ਨ ਨੂੰ ਸਾਡੀ ਇਹ ਵਾਲੀ ਜਿਹੜੀ ਆਪਸ਼ਨ ਹੈ ਇਹੀ ਜਿਹੜੀ ਉਹ ਫੁੱਲਫਿਲ ਕਰ ਰਹੀ ਹੈ। ਸੋ ਦਿਸ ਵਿਲ ਬੀ ਯੋਰ ਆਨਸਰ। ਇਹ ਸਾਡਾ ਹੋਏਗਾ ਆਨਸਰ ਬੇਟੇ। 350 ਦਿਨ ਨੇ ਦਿੱਤੇ ਹੋਏ ਜੀ, ਔਰ ਅੱਜ ਦਾ ਦਿਨ ਉਹਨਾਂ ਕਹਿਤਾ ਸੈਟਰਡੇ ਹੈ, ਤਾਂ 350 ਦਿਨਾਂ ਬਾਅਦ ਕਿਹੜਾ ਦਿਨ ਹੋਏਗਾ? 350 ਨੂੰ ਬੇਟਾ ਆਪਾਂ 7 ਨਾਲ ਡਿਵਾਈਡ ਕਰਾਂਗੇ ਔਰ ਇਹ ਬਿਲਕੁਲ ਜਿਹੜਾ ਹੈ ਪੂਰੇ ਡਿਵੀਜ਼ੀਬਲ ਹੋ ਜਾਣਗੇ, ਠੀਕ ਹੈ ਜੀ। ਤਾਂ ਸਾਡੇ ਕੋਲ 0 ਬਚ ਗਿਆ ਰਿਮਾਈਂਡਰ। 0 ਰਿਮਾਈਂਡਰ ਮਤਲਬ ਸੇਮ ਡੇ, ਇਹੀ ਡੇ ਜਿਹੜਾ ਹੈ ਉਹ ਰਿਪੀਟ ਕਰੇਗਾ ਬੇਟੇ। ਕਿਹੜਾ? ਸੈਟਰਡੇ। ਤਾਂ ਇਹ ਹੋ ਗਿਆ ਤੁਹਾਡਾ ਆਨਸਰ ਰਾਜੇ। ਹਾਊ ਮੈਨੀ ਵੀਕਐਂਡਸ ਇਨ ਅ ਈਅਰ ਬੇਟਾ, ਤਾਂ ਇਸ ਨੂੰ ਡਾਟਾ ਨੂੰ ਵੈਸੇ ਹੀ ਯਾਦ ਰੱਖ ਲਓ ਤੁਸੀਂ। 52 ਵੀਕ ਹੁੰਦੇ ਨੇ ਬੇਟੇ, ਤਾਂ 1 ਡੇ 1 ਸਾਲ ਦੇ ਵਿੱਚ। 52 ਵੀਕਸ 1 ਡੇ ਇਨ ਅ ਨਾਰਮਲ ਈਅਰ, ਇਨ ਲੀਪ ਈਅਰ 2 ਡੇਜ਼। ਤਾਂ ਜਿੰਨੇ ਵੀਕ ਨੇ ਉਨੇ ਹੀ ਵੀਕਐਂਡ ਆਣਗੇ ਵੀ। 52 ਇਹ ਤੋਂ ਸਿਰਫ ਡਾਟਾ ਨੂੰ ਯਾਦ ਰੱਖੋ। ਕੱਢਦੇ ਕਿਵੇਂ ਆ? 365 ਡਿਵਾਈਡਡ ਬਾਈ 7। ਇੱਥੋਂ ਤੁਹਾਡੇ ਕੋਲ ਆ ਜਾਏਗਾ ਨੰਬਰ ਆਫ ਵੀਕਸ ਕਿੰਨੇ ਨੇ ਜੀ, ਰਾਈਟ ਬੇਟਾ। ਨੈਕਸਟ ਅੱਗੇ ਆਪਾਂ ਵੱਧਦੇ ਹਾਂ ਜੀ। ਨੈਕਸਟ ਜਿਹੜੇ ਟਾਈਪ ਦੇ ਕੁਐਸਚਨ ਆਉਂਦੇ ਨੇ, ਸੌਖੇ ਜਿਹੇ ਕੁਐਸਚਨ ਹੁੰਦੇ ਨੇ, ਸਿੰਪਲੀ ਸਿੱਧੇ ਹੀ ਆਉਂਦੇ ਨੇ। ਇਹਦੇ ਵਿੱਚ ਉਹਨਾਂ ਦਿੱਤਾ ਹੋਇਆ ਹੈ ਕਿ ਲਾਸਟ ਡੇ ਆਫ ਅ ਸੈਂਚੁਰੀ ਕੈਨ ਨਾਟ ਬੀ। ਸੈਂਚੁਰੀ ਦਾ ਆਖਰੀ ਦਿਨ ਜਿਹੜਾ ਹੈ ਕਦੀ ਵੀ ਇਹ ਨਹੀਂ ਹੋ ਸਕਦਾ। ਸੈਂਚੁਰੀ ਈਅਰ ਕਿਹੜੇ ਹੁੰਦੇ ਨੇ? ਜਿਵੇਂ ਇਹ ਰੀਸੈਂਟ ਸੈਂਚੁਰੀ ਈਅਰ ਲੰਘ ਕੇ ਗਿਆ ਜੀ, ਤਾਂ ਇਹ ਜਿਹੜਾ ਸੈਂਚੁਰੀ ਈਅਰ ਹੁੰਦਾ ਉਹਨਾਂ ਦੇ 31 ਦਸੰਬਰ ਵਾਲੇ ਦਿਨ ਕਦੀ ਵੀ ਇਹ ਦਿਨ ਨਹੀਂ ਹੋ ਸਕਦੇ। ਨਾ ਤਾਂ ਸੈਟਰਡੇ ਹੋ ਸਕਦਾ ਹੈ, ਨਾ ਥਰਸਡੇ, ਨਾ ਟਿਊਜ਼ਡੇ, ਰਾਈਟ ਬੇਟਾ। ਔਰ ਫਸਟ ਡੇ ਆਫ ਸੈਂਚੁਰੀ ਜਿਹੜੇ ਨੇ ਉਹ ਹਮੇਸ਼ਾ ਕੀ ਹੁੰਦੇ ਨੇ? ਸੈਟਰਡੇ, ਥਰਸਡੇ, ਮੰਡੇ ਔਰ ਟਿਊਜ਼ਡੇ। ਇਹਨਾਂ ਨੂੰ ਇਦਾਂ ਹੀ ਯਾਦ ਰੱਖ ਲਓ। ਇਹਦੇ ਵਿੱਚ ਦੇਖੋ ਕਿਵੇਂ ਹੈ ਕੁਐਸਚਨ ਕੀ ਆਂਦਾ ਹੈ? ਲਾਸਟ ਡੇ ਆਫ ਅ ਸੈਂਚੁਰੀ ਕੈਨ ਨਾਟ ਬੀ। ਸੈਂਚੁਰੀ ਦਾ ਆਖਰੀ ਦਿਨ ਕਿਹੜਾ ਨਹੀਂ ਹੋ ਸਕਦਾ ਬੇਟੇ? ਤਾਂ ਆਪਾਂ ਹੁਣੇ ਇਹ ਪੜ੍ਹ ਲਿਆ, ਜਿਹੜਾ ਟਿਊਜ਼ਡੇ ਉਹ ਨਹੀਂ ਹੋ ਸਕਦਾ। ਇਹ ਹੋਏਗਾ ਸਾਡਾ ਆਨਸਰ। ਸਿੰਪਲੀ ਜੇ ਕੁਐਸਚਨ ਠੀਕ ਇਸੇ ਤਰੀਕੇ ਨਾਲ ਹੀ ਆਣਗੇ, ਇਹਨਾਂ ਨੂੰ ਐਵੇਂ ਹੀ ਤੁਸੀਂ ਯਾਦ ਰੱਖ ਸਕਦੇ ਹੋ ਬੱਚੇ। ਨੈਕਸਟ ਵੱਧਦੇ ਹਾਂ ਜੀ ਅੱਗੇ।
ਹੁਣ ਕੁਐਸਚਨ ਆਉਂਦੇ ਨੇ ਇੱਕ ਸਾਲ ਦੇ ਵਿੱਚ ਜਿਹੜੇ ਮੰਥ ਨੇ ਉਹ ਸੇਮ ਹੁੰਦੇ ਨੇ, ਮਤਲਬ ਸੇਮ ਮੰਥ ਦਾ ਮਤਲਬ ਮੰਨ ਲਓ ਜਿਵੇਂ ਇਹਨਾਂ ਨੇ ਦਿੱਤਾ ਹੋਇਆ ਹੈ ਕਿ ਇਹ ਅਪ੍ਰੈਲ ਔਰ ਜੁਲਾਈ ਜਿਹੜੇ ਨੇ ਸੇਮ ਨੇ, ਤਾਂ ਇਹਦਾ ਮਤਲਬ ਹੈ ਕਿ 1 ਅਪ੍ਰੈਲ ਨੂੰ ਜਿਹੜਾ ਦਿਨ ਆ ਰਿਹਾ ਹੈ, ਮੰਨ ਲਓ ਮੰਡੇ ਆ ਰਿਹਾ ਹੈ, ਤਾਂ 1 ਜੁਲਾਈ ਵਾਲੇ ਦਿਨ ਵੀ ਕਿਹੜਾ ਦਿਨ ਆਏਗਾ, ਮੰਡੇ ਹੀ ਹੋਏਗਾ ਰਾਜੇ। ਇਹਨੂੰ ਬੋਲਦੇ ਆ ਸੇਮ। ਤਾਂ ਨਾਰਮਲ ਈਅਰ ਜਿਹੜਾ ਹੈਗਾ ਹੈ ਉਹਦੇ ਵਿੱਚ ਤਾਂ ਦੇਖੋ ਇਹ ਵਾਲੇ ਮੰਥ ਦੇ ਨਾਲ ਰਿਲੇਟ ਕਰਦੇ ਨੇ ਜੀ, ਔਰ ਲੀਪ ਈਅਰ ਦੇ ਵਿੱਚ ਜਿਹੜੇ ਨੇ ਇਹ ਵਾਲੇ ਮੰਥ ਇਹਦੇ ਨਾਲ ਰਿਲੇਟ ਕਰਦੇ ਨੇ ਬੇਟੇ। ਦੇਖੋ ਹਰ ਇੱਕ ਬੱਚੇ ਦਾ ਨਾ ਬੇਟੇ ਆਪਣੀ ਉਹ ਸਟਰੋਂਗ ਹੋਲਡ ਹੁੰਦੀ ਹੈ। ਕੁਝ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਫੈਕਟ ਜ਼ਿਆਦਾ ਵਧੀਆ ਤਰੀਕੇ ਨਾਲ ਯਾਦ ਹੋ ਜਾਂਦੇ ਨੇ, ਤਾਂ ਉਹ ਸਿੱਧਾ ਹੀ ਇਹਨਾਂ ਨੂੰ ਯਾਦ ਕਰ ਲੈਣ ਬੇਟੇ। ਕੁਝ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਕਨਸੈਪਟ ਦੇ ਨਾਲ ਗੱਡੀ ਜਿਹੜੀ ਉਹਨਾਂ ਦੀ ਵਧੀਆ ਚੱਲਦੀ ਹੈ, ਤਾਂ ਉਹਨਾਂ ਨੂੰ ਕਨਸੈਪਟ ਦੇ ਨਾਲ ਜਿਹੜਾ ਉਸ ਚੀਜ਼ ਨੂੰ ਕਰ ਲੈਣ। ਹੁਣ ਕਨਸੈਪਟ ਕੀ ਹੈ ਜੀ ਇਹਦੇ ਵਿੱਚ, ਇਹ ਜਿਹੜੇ ਵੀਕਸ ਦਿੱਤੇ ਹੋਏ ਨੇ ਨਾ, ਇਹਨਾਂ ਦੇ ਵਿੱਚ ਆਪਾਂ ਡੇਜ਼ ਜਿੰਨੇ ਹੁੰਦੇ ਨੇ ਉਹਨਾਂ ਨੂੰ ਕਾਊਂਟ ਕਰ ਦਿੰਦੇ ਆ, ਠੀਕ ਹੈ, ਔਰ ਉਹ ਜਿੰਨੇ ਵੀ ਡੇਜ਼ ਬੇਟਾ ਬਣਦੇ ਨੇ ਉਹਨਾਂ ਨੂੰ ਆਪਾਂ ਡਿਵਾਈਡ ਕਰ ਦਿੰਦੇ ਆ 7 ਦੇ ਨਾਲ। ਅਗਰ ਤਾਂ ਉਹ ਡਿਵਾਈਡ ਹੋ ਗਏ ਪੂਰੇ ਦੈਨ ਉਹ ਜਿਹੜੇ ਡੇਜ਼ ਮੰਥ ਜਿਹੜੇ ਨੇ ਉਹ ਸੇਮ ਹੋਣਗੇ। ਅਗਰ ਉਹ ਡਿਵੀਜ਼ੀਬਲ ਨਹੀਂ ਹੋ ਰਹੇ ਦੈਟ ਮੀਨ ਕੁਝ ਰਿਮਾਈਂਡਰ ਦੇ ਰਹੇ ਤਾਂ ਉਹ ਜਿਹੜੇ ਮੰਥ ਨੇ ਉਹ ਆਪਸ ਵਿੱਚ ਸੇਮ ਨਹੀਂ ਹੋਣਗੇ ਬੇਟੇ। ਇਹੀ ਚੀਜ਼ ਇੱਥੇ ਲਿਖੀ ਹੋਈ ਹੈ। period between the 2 month is divisible by 7 then that 2 month will be have the same calendar। ਅਗਰ ਉਹਨਾਂ ਦੇ ਵਿਚਕਾਰਲੇ ਦਿਨ 7 ਨਾਲ ਵੰਡੇ ਗਏ ਤਦ ਹੀ ਉਹ ਇਦਾਂ ਹੋ ਸਕਦਾ ਹੈ। ਜਿਵੇਂ ਦੇਖਦੇ ਹਾਂ ਆਪਾਂ ਵੀ ਇਹ ਸਤੰਬਰ ਤੇ ਦਸੰਬਰ ਜਿਹੜੇ ਨੇ ਨਾ ਦੋਨੋਂ ਜਗ੍ਹਾ ਹੀ ਸੇਮ ਆ ਰਹੇ ਨੇ, ਤੇ ਇਹਨਾਂ ਨੂੰ ਆਪਾਂ ਚੈੱਕ ਕਰਦੇ ਹਾਂ। ਹੁਣ ਇਹ ਜਿਹੜੇ ਡੇ ਕਿਹੜੇ ਮੰਥ 'ਚ ਕਿੰਨੇ ਹੋਣਗੇ ਇਹ ਬੇਟਾ ਯਾਦ ਕਿਵੇਂ ਰੱਖਦੇ ਹਾਂ ਆਪਾਂ, ਇਹਦੇ ਲਈ ਇੱਕ ਟ੍ਰਿਕ ਹੈ ਜਿਹੜੀ ਬਚਪਨ 'ਚ ਆਪਾਂ ਸਿੱਖੀ ਹੋਈ ਹੈ। ਆਪਣੀ ਮੁੱਠੀ ਨੂੰ ਜਦੋਂ ਬੰਦ ਕਰਦੇ ਹਾਂ ਔਰ ਅੰਗੂਠੇ ਦੇ ਨਾਲ ਦੀ ਜਿਹੜੀ ਪਹਿਲੀ ਉਂਗਲ ਹੈ ਉਹਦੇ ਤੋਂ ਆਪਾਂ ਸਟਾਰਟ ਕਰਦੇ ਹਾਂ ਬੇਟਾ। ਇਹ ਦੇਖੋ ਇਹਦੇ ਨਾਲ ਇਹ ਜਿਹੜੇ ਸਾਡੇ ਜੁਆਇੰਟ ਹੁੰਦੇ ਨੇ ਉੱਪਰ ਉੱਠ ਜਾਂਦੇ ਨੇ, ਔਰ ਉਹਨਾਂ ਦੇ ਵਿਚਕਾਰ ਵਾਲਾ ਹਿੱਸਾ ਜਿਹੜਾ ਇਹ ਵਾਲੇ ਨੇ ਨੀਵੇਂ ਰਹਿ ਜਾਂਦੇ ਨੇ। ਜਿਹੜੇ ਨੀਵੇਂ ਰਹਿ ਜਾਂਦੇ ਉਹਨਾਂ ਦੇ ਵਿੱਚ ਆਪਾਂ 30 ਜਾਂ ਫਰਵਰੀ ਵਾਲੇ 28 29 ਦਿਨ ਰੱਖਦੇ ਹਾਂ। ਜਿਹੜੇ ਉੱਪਰ ਆਉਂਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਕੀ ਰੱਖਦੇ ਹਾਂ 31 ਡੇ। ਤਾਂ ਅੰਗੂਠੇ ਦੇ ਨਾਲੋਂ ਆਪਾਂ ਅੰਗੂਠੇ ਦੀ ਨਾਲ ਵਾਲੀ ਉਂਗਲੀ ਤੋਂ ਸ਼ੁਰੂ ਕਰਦੇ ਹਾਂ ਇੱਥੋਂ ਜਨਵਰੀ ਦੇ ਨਾਲ, ਇਹ ਉਚਾਈ ਤੇ ਹੈ ਜੁਆਇੰਟ, ਤਾਂ ਇਹਨੂੰ 31 ਦਿਨ ਆਉਂਦੇ ਨੇ, ਫਿਰ ਨੀਚੇ 28 ਦਿਨ, ਫਿਰ ਉੱਪਰ 31 ਦਿਨ, ਫਿਰ ਨੀਚੇ 30 ਦਿਨ, ਫਿਰ ਉੱਪਰ 31 ਦਿਨ, ਫਿਰ 30, ਫਿਰ 31, ਫਿਰ ਉਸੇ ਤੋਂ ਹੀ ਸਟਾਰਟ ਕਰਦੇ ਹਾਂ ਚੀਜੀ ਤੋਂ ਹੀ ਵਾਪਸ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ। ਜਿੱਥੇ ਜੁਲਾਈ ਆ ਗਿਆ ਉਹਦੇ 'ਚ 31 ਦਿਨ ਨੇ, ਫਿਰ ਉਸੇ ਤੇ ਹੀ ਅਗਸਤ ਕਾਊਂਟ ਕਰਦੇ ਹਾਂ, ਔਰ ਫਿਰ ਪਿੱਛੇ ਆਉਂਦੇ ਹਾਂ ਤੁਸੀਂ ਸਤੰਬਰ, ਦੈਨ ਉੱਪਰ ਅਕਤੂਬਰ, ਨਵੰਬਰ ਔਰ ਦਸੰਬਰ। ਇਸ ਤਰੀਕੇ ਨਾਲ ਤੁਸੀਂ ਕਿਹੜੇ ਮੰਥ ਵਿੱਚ ਕਿੰਨੇ ਦਿਨ ਨੇ ਬੇਟਾ ਉਸ ਚੀਜ਼ ਨੂੰ ਤੁਸੀਂ ਜਿਹੜਾ ਉਹ ਵਧੀਆ ਤਰੀਕੇ ਨਾਲ ਯਾਦ ਰੱਖ ਸਕਦੇ ਹੋ। ਹੁਣ ਅਗਲੇ ਸਾਡਾ ਇਹਦੇ ਵਿੱਚ ਆਉਂਦਾ ਹੈ, ਜਿਵੇਂ ਆਪਾਂ ਇੱਥੋਂ ਲਿਆ ਇਹਨੂੰ ਐਪਲੀਕੇਬਲ ਕਿਵੇਂ ਕਰਦੇ ਹਾਂ। ਸਤੰਬਰ ਨੂੰ ਆਪਾਂ ਚੈੱਕ ਕੀਤਾ ਇਹ ਰਿਹਾ ਜੀ ਸਤੰਬਰ, ਔਰ ਦਿਨ ਕਿੰਨੇ ਨੇ ਇਹਦੇ ਵਿੱਚ 30। ਇੱਥੇ ਲਿਖ ਲਏ ਬੇਟਾ 30 ਦਿਨ। ਸਤੰਬਰ ਤੋਂ ਦਸੰਬਰ ਦੇ ਵਿੱਚ ਜਿਹੜੇ ਮੰਥ ਆਉਂਦੇ ਨੇ ਉਹਨਾਂ ਦੇ ਦਿਨ ਲਿਖਾਂਗੇ। ਅਕਤੂਬਰ ਇਹਦੇ ਵਿੱਚ ਕਿੰਨੇ ਨੇ ਬੇਟਾ 31 ਦਿਨ। ਉਸ ਤੋਂ ਬਾਅਦ ਬੇਟਾ ਆਉਂਦਾ ਹੈ ਤੁਹਾਡੇ ਕੋਲ ਨਵੰਬਰ ਵਿੱਚ ਕਿੰਨੇ ਦਿਨ ਨੇ ਬੇਟਾ 30 ਦਿਨ। ਔਰ ਉਸ ਤੋਂ ਬਾਅਦ ਅੱਗੇ ਸਾਡੇ ਕੋਲ ਦਸੰਬਰ ਆ ਜਾਏਗਾ। ਦਸੰਬਰ ਦੇ ਦਿਨ ਫਿਰ ਆਪਾਂ ਇਹਦੇ ਵਿੱਚ ਕਾਊਂਟ ਨਹੀਂ ਕਰਨੇ, ਜਿਸ ਤਰੀਕ ਤੋਂ ਲੱਗੇ ਆਪਾਂ 1 ਸਤੰਬਰ ਤੋਂ ਲੱਗੇ ਹਾਂ। ਔਰ ਅੱਗੇ ਹੁਣ ਅਗਲੀ ਜਿਹੜੀ ਡੇਟ ਹੈ ਇੱਥੇ ਕਿਹੜੀ ਆ ਜਾਏਗੀ ਦਸੰਬਰ ਦੀ ਆ ਜਾਏਗੀ, ਉਹਨੂੰ ਕਾਊਂਟ ਨਹੀਂ ਕਰਨਾ। ਤਾਂ ਟੋਟਲ ਸਾਡੇ ਕੋਲ ਇਹ ਕਿੰਨੇ ਹੋ ਗਏ ਜੀ 61 ਔਰ 30 91। ਇਹ ਹੋ ਗਏ ਟੋਟਲ ਨੰਬਰ ਆਫ ਡੇਜ਼। ਹੁਣ ਇਹਨੂੰ 7 ਨਾਲ ਡਿਵਾਈਡ ਕਰਦੇ ਹਾਂ ਜੋ ਚੀਜ਼ ਇੱਥੇ ਲਿਖੀ ਹੋਈ ਹੈ, ਤਾਂ ਇਹ ਆ ਗਿਆ ਜੀ 13 ਤੇ ਜਾਏਗਾ ਬੇਟਾ 1391। ਬਿਲਕੁਲ 0 ਆ ਗਈ, ਪੂਰੇ ਵੰਡੇ ਗਏ। ਇਸ ਦਾ ਮਤਲਬ ਹੈ ਸਤੰਬਰ ਜਿਹੜਾ ਹੈ ਉਹ ਦਸੰਬਰ ਦੇ ਬਿਲਕੁਲ ਸੇਮ ਕੈਲੰਡਰ ਰੱਖਦਾ ਹੈ। ਠੀਕ ਬੇਟਾ, ਇਸ ਤਰੀਕੇ ਨਾਲ ਆਪਾਂ ਇਹ ਜਿਹੜੇ ਤੁਹਾਡੀ ਲਿਸਟ ਹੈ ਉਹ ਬਣਾਈ ਹੋਈ ਹੈ। ਹੁਣ ਇਹਨਾਂ ਨੂੰ ਐਪਲੀਕੇਬਲ ਕਿਵੇਂ ਕਰਦੇ ਹੋ ਤੁਸੀਂ, ਇਹਨਾਂ ਦੀ ਐਪਲੀਕੇਸ਼ਨ ਕਿਵੇਂ ਕਰਦੇ ਹੋ ਦੇਖੋ। which 2 month in a year have the same calendar। ਅਗਰ ਤਾਂ ਤੁਸੀਂ ਰੱਟਾ ਲਾਇਆ ਹੀ ਹੋਇਆ ਹੈ, ਤੁਹਾਨੂੰ ਯਾਦ ਹੈ, ਤਾਂ ਤੁਹਾਨੂੰ ਪਤਾ ਚੱਲ ਗਿਆ ਬੇਟੇ ਕਿ ਇਹ ਵਾਲੀ ਜਿਹੜੀ ਹੈ ਅਪ੍ਰੈਲ ਔਰ ਜੁਲਾਈ ਜਿਹੜੀ ਹੈ ਇਹਦਾ ਜਿਹੜਾ ਉਹ ਕੈਲੰਡਰ ਹੋਏਗਾ ਸੇਮ। ਲੇਕਿਨ ਅਗਰ ਕਿਸੇ ਬੱਚੇ ਨੇ ਨਹੀਂ ਲਗਾਇਆ ਤਾਂ ਸਾਨੂੰ ਇਹ ਦੇਖਣਾ ਹੈ ਅਪ੍ਰੈਲ ਤੋਂ ਜੁਲਾਈ ਤੱਕ ਮੰਥ ਕਿਹੜੇ ਆਉਂਦੇ ਨੇ। ਅਪ੍ਰੈਲ, ਉਸ ਤੋਂ ਬਾਅਦ ਬੇਟਾ ਆਉਂਦਾ ਹੈ ਤੁਹਾਡੇ ਕੋਲ ਮਈ, ਉਸ ਤੋਂ ਬਾਅਦ ਤੁਹਾਡੇ ਕੋਲ ਆਉਂਦਾ ਹੈ ਜੂਨ, ਤੇ ਫਿਰ ਅੱਗੇ ਆ ਜਾਂਦਾ ਹੈ ਜੁਲਾਈ। ਠੀਕ ਹੈ ਜੀ। ਹੁਣ ਆਪਾਂ ਇਹ ਮੰਥ ਕੱਢ ਲਏ 3 ਨੇ, ਇਹਨਾਂ ਦੇ ਡੇਜ਼ ਵੀ ਕੱਢਾਂਗੇ ਜੀ। ਜਨਵਰੀ ਫਰਵਰੀ ਤਰੀਕੇ ਨਾਲ ਜਿੱਦਾਂ ਤੁਹਾਨੂੰ ਸਿਖਾਇਆ ਹੋਇਆ ਹੈ। ਜਨਵਰੀ ਤੁਹਾਡੇ ਅੰਗੂਠੇ ਦੀ ਪਹਿਲੀ ਉਂਗਲ ਤੋਂ ਜਨਵਰੀ, ਦੈਨ ਫਰਵਰੀ, ਦੈਨ ਮਾਰਚ, ਦੈਨ ਅਪ੍ਰੈਲ ਜਿਹੜਾ ਹੈ ਉਹ ਚਲੇ ਗਿਆ ਨੀਚੇ, ਤਾਂ ਉਹਦੇ ਵਿੱਚ ਕਿੰਨੇ ਆ ਗਏ ਜੀ 30 ਦਿਨ। ਮਈ ਜਿਹੜਾ ਹੈ ਉਹਦੇ ਵਿੱਚ ਉਹ ਉੱਪਰ ਆ ਗਿਆ, ਤਾਂ ਉਹਦੇ ਵਿੱਚ ਕਿੰਨੇ ਹੋ ਗਏ 31। ਉਸ ਤੋਂ ਬਾਅਦ ਜੂਨ ਜਿਹੜਾ ਉਹ ਫਿਰ ਨੀਚੇ ਚਲੇ ਗਿਆ, ਤਾਂ ਉਹਦੇ ਵਿੱਚ ਕਿੰਨੇ ਹੋ ਗਏ ਬੇਟਾ 30 ਦਿਨ। ਤਾਂ ਇਹਨਾਂ ਦਾ ਸਮ ਕਿੰਨਾ ਹੋ ਗਿਆ ਜੀ 91 ਜਿਹੜਾ ਹੈ ਬੇਟੇ ਉਹ 7 ਨਾਲ ਪੂਰੀ ਤਰ੍ਹਾਂ ਨਾਲ ਡਿਵੀਜ਼ੀਬਲ ਹੈ 13 ਦੇ ਉੱਪਰ। ਤਾਂ ਇਹਨੂੰ ਆਪਾਂ ਜਿਹੜਾ ਡਿਵਾਈਡ ਕਰ ਦੇਵਾਂਗੇ 0, ਤਾਂ ਇਹ ਵਾਲੇ ਜਿਹੜੇ ਨੇ ਉਹ ਸੇਮ ਨੇ। ਹੁਣ ਦੇਖੋ ਤੁਹਾਡੀ ਮਰਜ਼ੀ ਹੈ, ਕਨਸੈਪਟ ਵੀ ਤੁਹਾਨੂੰ ਦੱਸ ਦਿੱਤਾ, ਫੈਕਟ ਵੀ ਸਿੱਧੇ ਤੁਸੀਂ ਯਾਦ ਕਰ ਸਕਦੇ ਹੋ, ਤਾਂ ਉਹਦੇ ਨਾਲ ਤੁਹਾਡੀ ਸਪੀਡ ਜਿਹੜੀ ਉਹ ਵੱਧ ਜਾਏਗੀ ਰਾਜੇ। ਠੀਕ ਹੈ ਜੀ। ਹੁਣ ਆ ਗਿਆ ਟਾਈਮ ਦਿਮਾਗ ਦੀ ਬੱਤੀ ਜਗਾਣੇ ਦਾ ਬੇਟੇ। ਠੀਕ ਹੈ ਜੀ। ਕਿਵੇਂ? ਕਿਉਂਕਿ ਹੁਣ ਆਉਣ ਵਾਲੇ ਨੇ ਕੁਐਸਚਨਸ ਥੋੜੇ ਵਧੀਆ ਜਿਹੇ ਰੱਖ ਕੇ ਤੁਹਾਨੂੰ ਇੱਕ ਡੇਟ ਦੇ ਦਿੱਤੀ, ਬਿਲਕੁਲ ਮੈਜਿਕ
ਇੱਕ ਮੈਜਿਕ ਦੀ ਤਰ੍ਹਾਂ ਤੁਸੀਂ ਕਿਸੇ ਨੂੰ ਡੇਟ ਪੁੱਛੋਗੇ ਔਰ ਉਸ ਦਾ ਦਿਨ ਕੱਢ ਕੇ ਦੱਸ ਦੋਗੇ, ਉਹ ਜਿਹੜਾ ਪਰਸਨ ਹੈ ਚਾਹੇ ਉਹਨੂੰ ਕੈਲੰਡਰ ਤੋਂ ਵੀ ਚੈੱਕ ਕਰ ਲੇ, ਬਿਲਕੁਲ ਠੀਕ ਆਏਗਾ। ਲੇਕਿਨ ਉਹਦੇ ਲਈ ਥੋੜੀ ਜਿਹੀ ਮਿਹਨਤ ਤਾਂ ਕਰਨੀ ਪਏਗੀ ਨਾ, ਐਵੇਂ ਹੀ ਤਾਂ ਨਹੀਂ ਨਾ ਜਾਦੂ ਆ ਜਾਏਗਾ। ਉਹ ਜਾਦੂ ਕੀ ਹੈ ਬੇਟੇ, ਦੇਖੋ ਸਭ ਤੋਂ ਪਹਿਲਾਂ ਤੁਸੀਂ ਸਿੱਖਣਾ ਹੈ ਮੰਥ ਕੋਡ। ਇਹ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ। ਤਾਂ ਇਹ ਮੰਥ ਕੋਡ ਕੀ ਹੈ, ਇਹ ਸਿਰਫ ਇੱਕ ਔਡ ਡੇਜ਼ ਦੀ ਗਿਣਤੀ ਹੈ, ਉਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ ਬੇਟੇ। ਹੁਣ ਕਹੋਗੇ ਸਰ ਇਹਨੂੰ ਯਾਦ ਕਿਵੇਂ ਕਰਾਂਗੇ, ਤਾਂ ਸੋਚ ਲਓ ਇਹ ਤੁਹਾਡੇ ਉਹ ਦੋਸਤ ਦਾ ਨੰਬਰ ਹੈ ਜਿਹਦਾ ਨੰਬਰ ਤੁਸੀਂ ਫੋਨ 'ਚ ਸੇਵ ਨਹੀਂ ਕਰਦੇ, ਠੀਕ ਹੈ ਨਾ, ਕਿਉਂਕਿ ਨਹੀਂ ਤਾਂ ਫਿਰ ਮੰਮਾ ਤੋਂ ਸਰਵਿਸ ਹੋ ਜਾਂਦੀ ਹੈ। ਤਾਂ ਇਹ ਉਹ ਨੰਬਰ ਹੈ, ਇਸ ਨੰਬਰ ਨੂੰ ਤੁਸੀਂ ਆਪਣੇ ਕੋਲ ਯਾਦ ਰੱਖਣਾ ਹੈ, ਤੁਹਾਡੇ ਕਿਸੇ ਖਾਸ ਫਰੈਂਡ ਦਾ ਨੰਬਰ ਹੈ, ਤਾਂ ਇਹਨੂੰ ਯਾਦ ਕਰ ਲਓ 144 025 036 146। ਇਸ ਤਰ੍ਹਾਂ 3-3 ਦੇ ਪੇਅਰ ਵਿੱਚ ਇਸ ਨੂੰ ਤੁਸੀਂ ਯਾਦ ਰੱਖ ਸਕਦੇ ਹੋ। ਜਿੱਦਾਂ 1 ਹੈ ਬੇਟੇ ਤਾਂ ਇਹ ਜਨਵਰੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, 4 ਜਿਹੜਾ ਹੈ ਇਹ ਫੈਬਰੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਇਹ ਜਿਹੜਾ ਨੈਕਸਟ 4 ਹੈ ਇਹ ਅਗਲੇ ਮੰਥ ਨੂੰ ਰਿਪਰੈਜ਼ੈਂਟ ਕਰ ਰਿਹਾ। ਮਤਲਬ ਇਹ 12 ਨੰਬਰ ਨੇ ਔਰ ਹਰ ਨੰਬਰ ਆਪਣੇ ਸੀਕੁਐਂਸ ਵਾਈਜ਼ ਉਸਦੇ ਮੰਥ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਇਹ ਲਾਸਟ ਵਾਲਾ 6 ਦਸੰਬਰ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, 4 ਜਿਹੜਾ ਉਹ ਨਵੰਬਰ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਇਸ ਤਰੀਕੇ ਨਾਲ। ਇਹ 3 ਹੈ ਜਿਹੜਾ ਇਹ ਅਗਸਤ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਇਸ ਤਰੀਕੇ ਨਾਲ। ਇਹ ਹੋ ਗਿਆ ਤੁਹਾਡਾ ਮੰਥ ਕੋਡ। ਇੰਨੀ ਗੱਲ ਕਲੀਅਰ ਹੋ ਗਈ। ਨੈਕਸਟ ਅੱਗੇ ਚੱਲਦੇ ਹਾਂ ਜੀ। ਡੇ ਕੋਡ, ਨਥਿੰਗ ਇੰਪੋਸੀਬਲ, ਕੁਛ ਔਖਾ ਨਹੀਂ ਹੈ, ਦੇਰ ਇਜ਼ ਨਥਿੰਗ ਟਫ, ਕੁਝ ਵੀ ਇਹਦੇ ਵਿੱਚ ਟਫ ਨਹੀਂ ਹੈਗਾ ਬੇਟੇ। ਸੰਡੇ ਇੱਕ ਹੁੰਦਾ ਹੈ ਜੀ, ਉਸ ਤੋਂ ਬਾਅਦ ਸੀਕੁਐਂਸ ਵਾਈਜ਼ ਇਹਨਾਂ ਨੂੰ ਆਪਾਂ ਨੰਬਰਿੰਗ ਦੇ ਦਿੱਤੀ। ਸੰਡੇ ਤੋਂ ਸਟਾਰਟ ਕਰਦੇ ਹਾਂ। ਸੰਡੇ ਨੂੰ ਆਪਾਂ ਮੰਨਦੇ ਹਾਂ ਜੀ ਪਹਿਲਾ ਦਿਨ, ਮੰਡੇ ਨੂੰ ਆਪਾਂ ਮੰਨਦੇ ਹਾਂ ਦੂਜਾ, ਫਿਰ ਟਿਊਜ਼ਡੇ ਨੂੰ ਤੀਸਰਾ ਦਿਨ, ਵੈਡਨਸਡੇ ਨੂੰ ਚੌਥਾ ਦਿਨ, ਥਰਸਡੇ ਨੂੰ ਪੰਜਵਾਂ ਦਿਨ, ਜਿਹੜਾ ਫਰਾਈਡੇ ਉਸ ਨੂੰ ਛੇਵਾਂ ਦਿਨ, ਔਰ ਸੈਟਰਡੇ ਨੂੰ ਆਪਾਂ ਮੰਨ ਲੈਂਦੇ ਹਾਂ ਸੱਤਵਾਂ ਦਿਨ ਜਾਂ 0। ਰਾਈਟ ਬੇਟੇ, ਇਹ ਹੋ ਗਿਆ ਜੀ। ਉਸ ਤੋਂ ਬਾਅਦ ਆਉਂਦੇ ਨੇ ਸੈਂਚੁਰੀ ਕੋਡ। ਇੱਥੇ ਥੋੜਾ ਜਿਹਾ ਧਿਆਨ ਦੇਣਾ ਹੈ ਆਪਾਂ। ਸੈਂਚੁਰੀ ਕੋਡ ਦਾ ਮਤਲਬ ਕੀ ਹੁੰਦਾ ਹੈ ਬੇਟੇ? ਸੈਂਚੁਰੀ ਕੋਡ ਦਾ ਮੀਨਿੰਗ ਹੈ ਸੈਂਚੁਰੀਜ਼ ਆਪਾਂ ਨੂੰ ਪਤਾ ਹੈ ਜਿਨ੍ਹਾਂ ਦੇ ਮਗਰ ਜ਼ੀਰੋਜ਼ ਲੱਗਦੀਆਂ ਨੇ, ਇਹਨਾਂ ਸੈਂਚੁਰੀਜ਼ ਨੂੰ ਆਪਾਂ 400 ਨਾਲ ਡਿਵਾਈਡ ਕਰਦੇ ਹਾਂ, ਠੀਕ ਹੈ। 400 ਨਾਲ ਡਿਵਾਈਡ ਕਰਕੇ ਜਿਹੜੀ ਵੀ ਸੈਂਚੁਰੀਜ਼ ਤੁਹਾਨੂੰ 100 ਰਿਮਾਈਂਡਰ ਦੇ ਰਹੀਆਂ ਨੇ, ਜਿਵੇਂ ਤੁਸੀਂ 1700 ਨੂੰ ਡਿਵਾਈਡ ਕਰਦੇ ਹੋ 400 ਦੇ ਨਾਲ, 4 ਚੌਕੇ ਬੇਟਾ 1600 ਆ ਜਾਏਗਾ ਔਰ 100 ਬਚ ਗਿਆ ਰਿਮਾਈਂਡਰ। 100 ਰਿਮਾਈਂਡਰ ਦੇਤਾ ਤਾਂ ਇਹਦਾ ਕੋਡ ਕਿੰਨਾ ਹੋ ਜਾਏਗਾ ਜੀ 4। ਜਿਹੜੀ ਸੈਂਚੁਰੀ 200 ਰਿਮਾਈਂਡਰ ਦੇ ਰਹੀ ਹੈ ਉਹਦਾ ਕੋਡ ਕਿੰਨਾ ਹੋ ਜਾਏਗਾ ਜੀ? ਉਸ ਦਾ ਕੋਡ ਬੇਟਾ ਹੋ ਜਾਏਗਾ 2। ਔਰ ਜਿਹੜੀ ਸੈਂਚੁਰੀ ਜਿਹੜੀ ਹੈ 300 ਰਿਮਾਈਂਡਰ ਦੇ ਰਹੀ ਹੈ ਉਸ ਦਾ ਕੋਡ ਕਿੰਨਾ ਹੋ ਜਾਏਗਾ 0। ਔਰ ਜਿਹੜੀ ਸੈਂਚੁਰੀ 0 ਰਿਮਾਈਂਡਰ ਦੇ ਰਹੀ ਹੈ ਬੇਟਾ ਉਸ ਦਾ ਕੋਡ ਕਿੰਨਾ ਹੋ ਜਾਏਗਾ ਜੀ? ਉਸ ਦਾ ਕੋਡ ਬੇਟੇ ਹੋ ਜਾਏਗਾ 6। ਇਹ ਚੀਜ਼ ਯਾਦ ਰੱਖਣੀ ਹੈ। ਔਰ ਸਾਡੇ ਲਈ ਸਿਰਫ 2 ਹੀ ਕੋਡ ਇੰਪੋਰਟੈਂਟ ਨੇ, ਦਿਸ ਵਨ, ਕਿਉਂਕਿ ਜ਼ਿਆਦਾਤਰ ਸਵਾਲ ਤੁਹਾਨੂੰ ਇੱਥੋਂ ਆਉਣੇ ਨੇ। 19th ਸੈਂਚੁਰੀ ਦਾ 0 ਹੁੰਦਾ ਹੈ ਬੇਟੇ ਔਰ ਇਹ 2000 ਵਾਲੀ ਦਾ ਹੁੰਦਾ ਹੈ 6। ਇੰਨੀ ਚੀਜ਼ ਕਲੀਅਰ ਹੋ ਗਈ। ਤਾਂ ਹੁਣ ਆਓ ਅੱਗੇ ਮੈਜਿਕ ਦੇ ਵੱਲ। ਡੇਟ ਨੂੰ ਮੰਥ ਕੋਡ, ਸੈਂਚੁਰੀ ਕੋਡ, ਈਅਰ ਔਰ ਲੀਪ ਈਅਰ, ਇਹਨਾਂ ਸਾਰਿਆਂ ਦੇ ਸਮ ਕਰਕੇ 7 ਨਾਲ ਡਿਵਾਈਡ ਕਰ ਦਿੰਦੇ ਆ। ਜੋ ਰਿਮਾਈਂਡਰ ਬਚਦਾ ਹੈ ਤੁਹਾਡੇ ਕੋਲ ਉਹਨੂੰ ਡੇ ਕੋਡ ਤੋਂ ਚੈੱਕ ਕਰਦੇ ਹੋ, ਉਹੀ ਹੋਏਗਾ ਸਾਡਾ ਆਨਸਰ। ਜਿਵੇਂ ਅੱਜ ਦੀ ਡੇਟ ਹੈ ਜੀ ਸਾਡੇ ਕੋਲ 17th ਜੂਨ, ਠੀਕ ਹੈ ਜੀ, ਕਿੰਨਾ ਹੈ 2021। ਹੁਣ ਦੇਖੋ ਡੇਟ ਪਹਿਲਾਂ ਲਿਖਾਂਗੇ ਆਪਾਂ, ਡੇਟ ਕਿੰਨੀ ਹੈ ਬੇਟੇ 17 ਪਲੱਸ ਦਾ ਸਾਈਨ, ਮੰਥ ਕਿਹੜਾ ਹੈ ਜੂਨ, ਤਾਂ ਜੂਨ ਦਾ ਕੋਡ ਕਿੰਨਾ ਹੁੰਦਾ ਜੀ? ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ। ਜੂਨ ਦਾ ਕੋਡ ਬੇਟੇ ਆ ਗਿਆ ਤੁਹਾਡੇ ਕੋਲ 5, ਲਿਖ ਲਿਆ ਜੀ। ਉਸ ਤੋਂ ਬਾਅਦ ਦੇ ਵਿੱਚ ਸੈਂਚੁਰੀ ਕੋਡ 20th ਸੈਂਚੁਰੀ 6 ਕੋਡ। ਦੈਨ ਬੇਟੇ ਈਅਰ ਲਿਖਾਂਗੇ। ਈਅਰ ਕਿਹੜੇ ਹੁੰਦੇ ਨੇ? ਈਅਰ ਇਹ ਲਾਸਟ ਵਾਲੇ 2 ਡਿਜਿਟ, ਜਿਵੇਂ ਤੁਹਾਨੂੰ ਦਿੱਤਾ ਹੋਇਆ ਹੈ 1999, ਤਾਂ 1999 ਦੇ ਲਾਸਟ ਵਾਲੇ 2 ਡਿਜਿਟ ਲਵਾਂਗੇ। 2000 ਜਿਹੜਾ ਹੈ 10 ਦੇ ਦਿੱਤਾ ਤਾਂ ਉਹਦੇ ਲਾਸਟ ਈਅਰ ਜਿਹੜੇ ਕਿੰਨੇ ਹੋਣਗੇ? ਇਹ ਵਾਲੇ 2 ਡਿਜਿਟ ਜਿਹੜੇ ਉਹ ਲਵਾਂਗੇ। ਤਾਂ ਇੱਥੇ ਤੁਹਾਡੇ ਕੋਲ ਜਿਹੜਾ ਹੈ ਉਹ ਕੀ ਹੈ ਜੀ? ਤੁਹਾਡੇ ਕੋਲ ਲਾਸਟ ਈਅਰ ਜਿਹੜੇ ਨੇ ਉਹ ਕੀ ਦਿੱਤਾ ਹੋਇਆ ਹੈ? ਲਾਸਟ ਵਾਲੇ ਤੁਹਾਨੂੰ ਦਿੱਤਾ ਹੋਇਆ ਹੈ 21। ਤਾਂ 21 ਜਿਹੜਾ ਹੈ ਉਹ ਕੀ ਹੈ ਬੇਟਾ? 21 ਹੈ ਤੁਹਾਡੀ ਵੈਲਿਊ ਹੈ ਬੇਟਾ ਇਹਦੀ। ਸੈਂਚੁਰੀ ਕੋਡ ਤੋਂ ਬਾਅਦ ਇੱਥੇ ਈਅਰ ਲਿਖੋਗੇ 21। ਹੁਣ ਲਿਖਾਂਗੇ ਲੀਪ ਈਅਰ, ਕਿ ਇਹ 21 ਸਾਲਾਂ ਦੇ ਵਿੱਚ ਸਾਡੇ ਕੋਲ ਟੋਟਲ ਲੀਪ ਈਅਰ ਕਿੰਨੇ ਆਏ ਨੇ। ਤਾਂ ਉਹ ਕਿੱਦਾਂ ਫਾਈਂਡ ਆਊਟ ਕਰਾਂਗੇ? 21 ਨੂੰ 4 ਨਾਲ ਡਿਵਾਈਡ ਕਰੋ, 5 ਗਈ ਕੋਸ਼ੈਂਟ ਔਰ ਨੀਚੇ ਆਨਸਰ ਆ ਗਿਆ ਤੁਹਾਡਾ 20। ਇਹ ਆ ਗਿਆ ਉਹ ਇੱਕ ਰਿਮਾਈਂਡਰ। ਤਾਂ ਇੱਥੇ ਸਿਰਫ ਅਸੀਂ ਲੈਣਾ ਦੇਣਾ ਰੱਖਦੇ ਹਾਂ ਆਪਣੀ ਕੋਸ਼ੈਂਟ ਦੇ ਨਾਲ। 21 ਸਾਲਾਂ ਵਿੱਚ ਟੋਟਲ 5 ਲੀਪ ਈਅਰ ਆਏ ਨੇ, ਤਾਂ ਉਹਨਾਂ ਨੂੰ ਇੱਥੇ ਲਿਖ ਦਿੱਤਾ ਜੀ। ਹੁਣ ਆਪਾਂ ਡਿਵਾਈਡ ਕਰ ਦਾਂਗੇ ਬੇਟਾ ਇਸ ਨੂੰ 7 ਦੇ ਨਾਲ, ਠੀਕ ਹੈ ਬੇਟੇ। ਇਹ ਬਣ ਗਈ ਸਾਡੀ ਪੂਰੀ ਦੀ ਪੂਰੀ ਇਕੁਏਸ਼ਨ। ਇੱਥੋਂ ਅਸੀਂ ਆਨਸਰ ਕੱਢ ਕੇ ਲੈ ਕੇ ਆਵਾਂਗੇ। ਰਾਈਟ ਬੱਚੇ, ਹੁਣ ਦੇਖੋ ਆਪਾਂ ਇਹਨਾਂ ਨੂੰ ਸਮ ਕਰਦੇ ਹਾਂ ਜੀ, ਕਿ ਆਨਸਰ ਕਿਵੇਂ ਲੈ ਕੇ ਆਉਣਾ ਹੈ। ਪਹਿਲਾਂ ਤੁਸੀਂ ਇਹਨਾਂ ਨੂੰ ਸਮ ਕਰਕੇ ਵੀ ਆਨਸਰ ਕੱਢ ਸਕਦੇ ਹੋ ਇਹਦਾ ਜੀ। ਤਾਂ ਇੱਥੇ ਲਿਖਾਂਗੇ ਆਪਾਂ ਜੀ 17, 5 and 5 10 ਔਰ 6 16 ਔਰ ਆ ਗਿਆ ਜੀ ਅੱਗੇ ਤੁਹਾਡਾ
21, 6 और 1 7 और 7 14, 4 1 हासिल 2 3 4 और 1 5 54 है बेटा जिहड़ा उसनूं डिवाइड करांगे 7 दे नाल। हाँ जी 7 7 ਜਾਂ ਤੁਹਾਡੇ ਕੋਲ ਆ ਗਏ 49 बेटे और ਤੁਹਾਡੇ ਕੋਲ ਵੱਧ ਗਿਆ ਜੀ ਕਿਹੜਾ ਆਨਸਰ ਕਿੰਨਾ ਇੱਥੇ ਆ ਗਿਆ ਜੀ, ਇੱਥੇ ਆ ਗਿਆ 5। ਇਹ 5 ਆ ਗਿਆ ਜੋ ਤੁਹਾਡੇ ਕੋਲ ਰਿਮਾਈਂਡਰ। ਇੱਧਰ ਆ ਜਾਓ ਡੇ ਕੋਡ ਦੇ ਉੱਤੇ ਦੇਖੋ 5 ਕਿੱਥੇ ਆ ਰਿਹਾ ਹੈ, ਇੱਥੇ ਜੀ ਥਰਸਡੇ 5। ਇਹ ਹੋਏਗਾ ਸਾਡਾ ਆਨਸਰ। ਲੇਕਿਨ ਇਹ ਜਿਹੜਾ ਮੈਂ ਤੁਹਾਨੂੰ ਇਹ ਕਹਿ ਰਿਹਾ ਬੇਟੇ ਕਿ ਸਾਨੂੰ ਇੰਨਾ ਜ਼ਿਆਦਾ ਜਿਹੜਾ ਹੀ ਹੈ ਉਹ ਇਹ ਪਲੱਸ ਮਾਈਨਸ ਕਰਨ ਵਾਲਾ ਕੰਮ ਨਹੀਂ ਕਰਨਾ। ਅਸੀਂ ਥੋੜਾ ਜਿਹਾ ਸਮਾਰਟਨੈਸ ਦੇ ਨਾਲ ਚੱਲਾਂਗੇ। ਅਸੀਂ ਇੱਥੇ ਹੀ ਇਹਨੂੰ ਸੋਲਵ ਕਰਾਂਗੇ। ਕਿਵੇਂ देखो 7 ਦੇ ਨਾਲ ਜਿਹੜਾ 21 ਪੂਰਾ ਡਿਵੀਜ਼ੀਬਲ ਹੋ ਜਾਏਗਾ। ਇਹਨੂੰ ਜੋੜਨ ਦੀ ਲੋੜ ਨਹੀਂ, ਤਾਂ ਖਤਮ ਕਰੋ ਇਸ ਨੂੰ ਇੱਥੇ ਹੀ। ਠੀਕ ਹੈ ਜੀ। ਉਸ ਤੋਂ ਬਾਅਦ 17 ਜਿਹੜਾ ਹੈ ਇਸ ਨੂੰ ਕੱਟਦੇ ਹਾਂ ਆਪਾਂ 14 ਦੇ ਨਾਲ, ਪੂਰੇ ਕੈਂਸਲ ਹੋ ਜਾਣਗੇ। 7 2 14 14 ਪੂਰੇ ਗਏ। ਉਸ ਤੋਂ ਬਾਅਦ 3 ਵੱਧ ਗਏ 15 16 ਔਰ 17 3 ਵੱਧ ਗਏ। ਜਿੰਨੇ ਵੱਧ ਗਏ ਉੱਪਰ ਲਿਖ ਲਓ। ਰਾਈਟ ਬੇਟੇ। ਹੁਣ ਫਿਰ ਅੱਗੇ ਵੱਧਦੇ ਹਾਂ ਜੀ ਆਪਾਂ। 5 ਔਰ 3 ਜਿਹੜੇ ਨੇ 8 ਹੋ ਜਾਂਦੇ ਨੇ। 7 ਇਹਨਾਂ ਚੋਂ ਕੈਂਸਲ ਹੋ ਗਏ। ਇੱਕ ਰਿਮਾਈਂਡਰ ਆ ਗਿਆ। 6 और 1 ਇਹ ਦੋਵੇਂ 7 ਹੋ ਗਏ, ਕੱਟਿਆ ਗਿਆ। ਕੀ ਬਚ ਗਿਆ ਸਾਡੇ ਕੋਲ? ਵੀ ਆਰ ਲੈਫਟ ਓਨਲੀ ਵਿਦ 5। ਸਾਡੇ ਕੋਲ ਸਿਰਫ ਬਚਿਆ ਹੈ ਜੀ 5 ਔਰ ਇਹੀ ਸਾਡਾ ਕੋਡ ਹੈ। ਜਦੋਂ ਚੈੱਕ ਕਰਾਂਗੇ ਸਾਡਾ ਆਨਸਰ ਆ ਜਾਏਗਾ ਥਰਸਡੇ। ਸੋ ਇਸ ਤਰੀਕੇ ਨਾਲ ਬੇਟੇ ਆਪਾਂ ਜਿਹੜੇ ਨੇ ਉਹ ਆਨਸਰਸ ਜਿਹੜੇ ਕੱਢਦੇ ਹਾਂ। ਤਾਂ ਅੱਜ ਵਾਲਾ ਸਾਨੂੰ ਦਿਨ ਜਿਹੜਾ ਹੈ ਉਹ ਵੀ ਪਤਾ ਚੱਲ ਗਿਆ ਕਿ ਅੱਜ ਦਾ ਡੇ ਜਿਹੜਾ ਹੈ ਉਹ ਕਿਹੜਾ ਹੋਏਗਾ, ਥਰਸਡੇ। ਠੀਕ ਹੈ ਜੀ। ਹੁਣ ਅੱਗੇ ਵੱਧਦੇ ਹਾਂ ਬੇਟਾ ਆਪਾਂ ਆਪਣੇ ਸਵਾਲਾਂ ਦੇ ਵੱਲ। ਜੀ ਬੇਟਾ ਅੱਗੇ ਹੁਣ ਸਾਡੇ ਕੋਲ ਇੱਕ ਕੁਐਸਚਨ ਆ ਗਿਆ ਨੈਕਸਟ ਵਾਲਾ। देखो what was the day of the week on 15 अगस्त 1947। ਤਾਂ ਆਪਾਂ ਹੁਣ ਇਹਦੇ ਆਨਸਰਸ ਜਿਹੜੇ ਨੇ ਉਹਨਾਂ ਨੂੰ ਫਾਈਂਡ ਆਊਟ ਕਰਾਂਗੇ ਬੇਟੇ। ਤਾਂ ਆਪਾਂ ਹੁਣ ਤੱਕ ਜਿਹੜੀ ਚੀਜ਼ ਸਿੱਖੀ ਇੱਥੇ ਇੰਪਲੀਮੈਂਟ ਕਰਾਂਗੇ। ਸਭ ਤੋਂ ਪਹਿਲਾਂ ਦੇਖੋ ਸਾਡੇ ਕੋਲ ਡੇਟ ਹੈ ਜਿਹੜੀ ਉਹ ਕਿੰਨੀ ਹੈ, 15 ਜੀ। ਅਗਸਤ ਦਾ ਕੋਡ ਬੇਟੇ ਕਿੰਨਾ ਹੈ ਸਾਡੇ ਕੋਲ, 3 ਕੋਡ ਹੈ ਜੀ, ਉਸ ਨੂੰ ਲਿਖਾਂਗੇ। ਸੈਂਚਰੀ ਕੋਡ ਜਿਹੜਾ ਹੈ 19 ਦਾ ਕਿੰਨਾ ਹੁੰਦਾ ਸੀ, 0। ਵੈਸੇ 0 ਨੂੰ ਲਿਖਣ ਦੀ ਜ਼ਰੂਰਤ ਵੀ ਨਹੀਂ ਹੈ, ਬਟ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਏ ਇਸ ਕਰਕੇ ਇੱਥੇ ਲਿਖ ਰਹੇ ਹਾਂ। ਈਅਰ ਕਿੰਨੇ ਨੇ ਜੀ, 47 ਨੇ। 47 ਈਅਰਸ ਦੇ ਵਿੱਚ ਲੀਪ ਈਅਰ ਕਿੰਨੇ ਆਏ ਨੇ ਉਹ ਫਾਈਂਡ ਆਊਟ ਕਰਾਂਗੇ ਬੇਟੇ। 4 ਨਾਲ ਡਿਵਾਈਡ ਕਰਾਂਗੇ। ਰਾਈਟ 1 ਜਾਏਗੀ 4 ਔਰ ਉੱਪਰ ਤੋਂ 7 ਆ ਗਏ। ਫਿਰ 1 ਤੇ ਜਾਏਗੀ 4 ਔਰ ਇਹਨੂੰ ਨੀਚੇ ਕਰਨ ਦੀ ਲੋੜ ਸਾਨੂੰ ਇਹਦੀ ਨਹੀਂ ਵੀ ਹੈ। ਇਹਦੇ ਨਾਲ ਹੀ ਸਾਡਾ ਕੰਮ ਚੱਲ ਜਾਏਗਾ। ਸਾਡੇ ਕੋਲ ਲੀਪ ਈਅਰ ਆ ਗਏ ਬੇਟਾ 11। ਹੁਣ ਆਪਾਂ ਇਸ ਪੂਰੀ ਇਕੁਏਸ਼ਨ ਨੂੰ 7 ਦੇ ਨਾਲ ਕਰਦੇ ਹਾਂ ਜੀ ਡਿਵਾਈਡ। 7 2 14, ਇੱਕ ਇੱਥੋਂ ਵੱਧ ਗਿਆ ਜੀ। ਠੀਕ ਹੈ ਬੇਟੇ, ਇਸ ਨੂੰ ਰੱਖਾਂਗੇ ਔਰ ਇਹਦੇ ਵੱਲ ਜਾਵਾਂਗੇ ਜੀ। 7 6 42 ਬੇਟੇ ਆ ਗਏ। ਤਾਂ ਇੱਥੋਂ ਤੁਹਾਡੇ ਕੋਲ ਜਿਹੜਾ ਹੈ ਉਹ ਕਿੰਨੇ ਵੱਧ ਗਏ ਜੀ, 5 ਇੱਥੇ ਵੱਧ ਗਏ ਬੇਟਾ। ਰਾਈਟ ਬੱਚੇ। ਔਰ ਇਸ ਤੋਂ ਬਾਅਦ 11 ਦੇ ਵੱਲ ਦੇਖਦੇ ਹਾਂ, ਇਸ ਨੂੰ ਕੈਂਸਲ ਕਰਾਂਗੇ ਤਾਂ ਇੱਥੇ ਆ ਗਏ 4। ਠੀਕ ਹੈ ਜੀ। 4 ਔਰ 3 7 ਇਹ ਵੀ ਕੈਂਸਲ ਹੋ ਗਏ। 5 ਔਰ 1 ਜਿਹੜਾ ਕੀ ਹੋ ਗਿਆ 6। ਤਾਂ ਸਾਡਾ ਜਿਹੜਾ ਹੈ ਰਿਮਾਈਂਡਰ ਹੈ ਉਹ ਕਿੰਨਾ ਆ ਗਿਆ ਜੀ 6। ਤਾਂ ਹੁਣ ਦੇਖੋ ਆਪਾਂ 6 ਨੂੰ ਜਦੋਂ ਡੇ ਕੋਡ ਤੋਂ ਚੈੱਕ ਕਰਦੇ ਹਾਂ ਤਾਂ ਇਹ ਕਿਹੜਾ ਹੁੰਦਾ ਹੈ, ਸੈਟਰਡੇ ਦਾ 7ਵਾਂ ਹੁੰਦਾ ਹੈ ਜੀ। ਔਰ ਫਰਾਈਡੇ ਜਿਹੜਾ ਹੈ ਉਹ ਦਿਨ ਕਿਹੜਾ ਆ ਜਾਂਦਾ ਹੈ, ਉਹਦਾ ਕੋਡ ਹੁੰਦਾ ਹੈ 6। ਤੇ ਸਾਡਾ ਆਨਸਰ ਹੈ ਜਿਹੜਾ ਉਹ ਕੀ ਹੋ ਗਿਆ ਕਿ 15 ਅਗਸਤ 1947 ਨੂੰ ਕਿਹੜਾ ਦਿਨ ਹੋਏਗਾ ਜੀ, ਉਸ ਦਿਨ ਹੋਏਗਾ ਫਰਾਈਡੇ। ਲੈਟਸ ਚੈੱਕ ਕਿ ਆਪਾਂ ਬਿਲਕੁਲ ਸਹੀ ਕੁਐਸਚਨ ਕੀਤਾ ਹੈ। ਹਾਂਜੀ ਬੇਟੇ ਆਪਾਂ ਚੈੱਕ ਕਰਦੇ ਹਾਂ ਜੀ। ਇਹ ਆ ਗਿਆ ਸਾਡੇ ਕੋਲ ਕੈਲੰਡਰ ਅਗਸਤ 1947 ਦਾ। ਇਸ ਦਿਨ ਆਪਾਂ ਡੇਟ ਜਿਹੜੀ ਦਿੱਤੀ ਹੋਈ ਹੈ ਜੀ 15 ਵਾਲੇ ਦਿਨ ਕਿਹੜਾ ਦਿਨ ਹੈ, ਬਿਲਕੁਲ ਠੀਕ ਆਨਸਰ ਤੁਹਾਡਾ ਬੇਟੇ ਫਰਾਈਡੇ। ਕਲੈਪ ਫॉर योरसेल्फ, ਬਿਲਕੁਲ ਸਹੀ ਕੀਤਾ ਜੀ ਤੁਸੀਂ। ਨੈਕਸਟ ਦੇਖਦੇ ਹਾਂ ਬੇਟਾ ਅਗਲੇ ਕੁਐਸਚਨਸ ਨੂੰ। ਹਾਂਜੀ ਇਸ ਵਾਰ ਤੁਹਾਨੂੰ ਉਹਨਾਂ ਨੇ ਕੁਐਸਚਨ ਦਿੱਤਾ ਕਿ 4 ਜੂਨ 2002 ਨੂੰ ਕਿਹੜਾ ਦਿਨ ਹੋਏਗਾ। ਤਾਂ ਹੁਣ ਥੋੜੀ ਉਹਦੀ ਮੰਥ ਕੋਡ ਦੀ ਉਹਦੀ ਹੈਲਪ ਤੋਂ ਬਿਨਾਂ ਆਪਾਂ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਡੇਟ ਦੇਖੋ ਅਸੀਂ 4 ਲਿਖ ਲਈ। ਠੀਕ ਹੈ ਜੀ, ਡੇਟ ਲਿਖ ਦਿੱਤੀ। ਉਸ ਤੋਂ ਬਾਅਦ ਜੂਨ ਦਾ ਮੰਥ ਕੋਡ ਤਾਂ ਦੇਖੋ ਸਾਨੂੰ ਪਤਾ ਹੈ 144 025 036 ਜਿਹੜਾ ਹੈ ਇਹ ਹੋਏਗਾ ਸਾਡਾ ਕੋਡ। ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ। ਤਾਂ ਜੂਨ ਦਾ ਕੋਡ ਤੁਹਾਡੇ ਕੋਲ ਆ ਗਿਆ 5। ਇਸ ਤਰੀਕੇ ਨਾਲ ਥੋੜਾ ਇਸ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋਗੇ ਹੋ ਜਾਏਗਾ। ਉਸ ਤੋਂ ਬਾਅਦ ਸੈਂਚਰੀ ਕੋਡ ਕਿੰਨਾ ਹੈ ਜੀ ਬੇਟੇ, 20th ਸੈਂਚਰੀ ਹੈ ਤਾਂ 6 ਕੋਡ ਆ ਜਾਏਗਾ। ਈਅਰ ਕਿੰਨੇ ਨੇ ਜੀ ਬੇਟਾ 2। ਲੀਪ ਈਅਰ ਕਿੰਨੇ ਹੋ ਜਾਣਗੇ 0, ਕਿਉਂਕਿ ਲੀਪ ਈਅਰ 2 ਸਾਲਾਂ ਦੇ ਵਿੱਚ ਕੋਈ ਵੀ ਨਹੀਂ ਆਇਆ। ਔਰ ਇਸ ਨੂੰ ਆਪਾਂ ਡਿਵਾਈਡ ਕਰਨਾ ਹੈ ਬੇਟੇ 7 ਦੇ ਨਾਲ। ਠੀਕ ਹੈ ਜੀ। ਹੁਣ ਦੇਖੋ ਇਹਨੂੰ ਆਪਾਂ ਡਿਵਾਈਡ ਕਰਨਾ ਸ਼ੁਰੂ ਕਰਦੇ ਹਾਂ। 5 ਔਰ 2 ਇਹ ਹੋ ਗਏ ਤੁਹਾਡੇ 7 ਕੈਂਸਲ ਹੋ ਗਏ। 6 4 10, 10 ਦੇ ਵਿੱਚੋਂ ਜਦੋਂ ਆਪਾਂ 7 ਨਾਲ ਕੈਂਸਲ ਕੀਤਾ ਤਾਂ ਸਾਡਾ ਰਿਮਾਈਂਡਰ ਕਿੰਨਾ ਆ ਗਿਆ ਜੀ 3। 3 ਨੂੰ ਜਦੋਂ ਚੈੱਕ ਕਰੋਗੇ ਸੰਡੇ ਹੁੰਦਾ ਹੈ ਜੀ 1 ਤੇ, ਮੰਡੇ ਹੁੰਦਾ ਹੈ ਬੇਟੇ 2 ਤੇ ਔਰ ਟਿਊਜ਼ਡੇ ਹੁੰਦਾ ਹੈ ਬੇਟਾ 3 ਤੇ। ਤਾਂ ਸਾਡਾ ਆਨਸਰ ਆ ਜਾਏਗਾ ਟਿਊਜ਼ਡੇ। ਮਤਲਬ 4 ਜੂਨ 2002 ਨੂੰ ਕਿਹੜਾ ਦਿਨ ਹੋਏਗਾ, ਉਸ ਦਿਨ ਸੀਗਾ ਜੀ ਟਿਊਜ਼ਡੇ। ਲੈਟਸ ਚੈੱਕ ਕਿ ਬਿਲਕੁਲ ਠੀਕ ਹੈ।
हाँ जी, जून का कैलेंडर आ गया जी और 4 तरीक और साढ़े कोल दिन आ गया ट्यूसडे। बिल्कुल ठीक है बेटा, संडे मंडे और ट्यूसडे साडा जवाब जिहड़ा है वो बिल्कुल ठीक है। ਇਹਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਆਪਾਂ ਨੂੰ ਉਹਨਾਂ ਨੂੰ ਯਾਦ ਰੱਖਣਾ ਹੈ। ਆਪਾਂ ਕੀ ਕਰ ਰਹੇ ਹਾਂ ਬੇਟਾ, ਇੱਕ ਵਾਰ ਫਿਰ ਤੁਹਾਨੂੰ ਰਿਮਾਈਂਡ ਕਰਵਾਵਾਂ। ਸਭ ਤੋਂ ਪਹਿਲਾਂ ਡੇਟ ਲੈ ਰਹੇ ਹਾਂ, ਡੇਟ ਤੋਂ ਬਾਅਦ ਆਪਾਂ ਲੈ ਰਹੇ ਹਾਂ ਜੀ ਮੰਥ ਕੋਡ, ਮੰਥ ਕੋਡ ਤੋਂ ਬਾਅਦ ਬੇਟੇ ਆਪਾਂ ਲੈ ਰਹੇ ਹਾਂ ਸੈਂਚਰੀ ਕੋਡ, ਸੈਂਚਰੀ ਕੋਡ ਤੋਂ ਬੇਟੇ ਬਾਅਦ ਵਿੱਚ ਆਪਾਂ ਕੀ ਲੈ ਰਹੇ ਹਾਂ, ਅਸੀਂ ਲੈ ਰਹੇ ਹਾਂ ਨਾਲ ਹੀ ਤੁਹਾਡੇ ਕੋਲ ਈਅਰ ਔਰ ਉਸ ਤੋਂ ਬਾਅਦ ਲੈ ਰਹੇ ਹਾਂ ਬੇਟੇ ਲੀਪ ਈਅਰ। ਇਹ ਵਾਲੀਆਂ ਜਿਹੜੀਆਂ ਨੇ 1 2 3 4 ਐਂਡ 5 ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਲੈ ਕੇ ਉਸ ਤੋਂ ਬਾਅਦ ਵਿੱਚ ਡਿਵਾਈਡ ਕਰ ਰਹੇ ਹਾਂ 7 ਦੇ ਨਾਲ ਔਰ ਜੋ ਸਾਡੇ ਕੋਲ ਰਿਮਾਈਂਡਰ ਨਿਕਲ ਕੇ ਆ ਰਿਹਾ ਹੈ ਉਸ ਨੂੰ ਡੇ ਕੋਡ ਤੋਂ ਚੈੱਕ ਕਰਦੇ ਹਾਂ ਜੀ। ਚੀਜ਼ ਜਿਹੜੀ ਯਾਦ ਰੱਖਣੀ ਪੈ ਰਹੀ ਹੈ ਤੁਹਾਨੂੰ ਸਿਰਫ ਤੇ ਸਿਰਫ ਮੰਥ ਕੋਡ, ਕਿਉਂਕਿ ਸੈਂਚਰੀ ਕੋਡ ਵੀ ਸਾਨੂੰ ਪਤਾ ਹੈ ਸਿੰਪਲੀ ਨੇ। ਅਗਰ ਤਾਂ 19th ਸੈਂਚਰੀ ਤੋਂ ਸਮ ਆ ਰਿਹਾ ਹੈ, ਠੀਕ ਹੈ ਜੀ, ਤਾਂ ਉਹਦਾ ਕੋਡ ਕਿੰਨਾ ਹੈ 0, ਲੋੜ ਹੀ ਨਹੀਂ। ਔਰ ਅਗਰ 20th ਸੈਂਚਰੀ ਤੋਂ ਕੁਐਸਚਨ ਆ ਰਿਹਾ ਹੈ ਤਾਂ ਉਹਦਾ ਕੋਡ ਕਿੰਨਾ ਹੈ 6। ਇਹ ਤਾਂ ਵੈਸੇ ਹੀ ਸਾਨੂੰ ਯਾਦ ਹੋ ਗਿਆ। ਗੱਲ ਹੈ ਸਿਰਫ ਮੰਥ ਕੋਡ ਦੀ, ਉਹਨੂੰ ਯਾਦ ਕਰਨਾ ਹੈ ਤਾਂ ਉਹਨੂੰ ਯਾਦ ਤੁਸੀਂ ਇਸ ਤਰੀਕੇ ਨਾਲ ਕਰ ਲਓ 144 025 036 146। ਇਹ ਚੀਜ਼ ਯਾਦ ਕਰੋ। ਪੇਪਰ ਦੇ ਵਿੱਚ ਜਾਂਦੇ ਆ ਜਿੱਥੇ ਤੁਸੀਂ ਆਪਣੀ ਸਾਈਡ ਤੇ ਉਹ ਪੇਪਰ ਦੇ ਉੱਪਰ ਆਪਣੇ ਰਫ ਵਰਕ ਨਾਲ ਪੈਨਸਲ ਨਾਲ ਲਿਖ ਸਕਦੇ ਹੋ ਇਸ ਨੂੰ, ਤਾਂ ਜੋ ਕੁਇਕਲੀ ਫਿਰ ਤੁਹਾਨੂੰ ਜਿਹੜਾ ਹੈ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਇਸ ਤਰੀਕੇ ਨਾਲ ਕਰਕੇ ਉਸ ਨੂੰ ਜਲਦੀ ਨਾਲ ਜਿਹੜਾ ਫਾਈਂਡ ਆਊਟ ਕਰ ਸਕੋ ਆਨਸਰਸ ਨੂੰ ਬੇਟੇ। ਠੀਕ ਹੈ, ਇਸ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਯਾਦ ਰਹਿਣਗੀਆਂ ਔਰ ਅਗਰ ਤੁਸੀਂ ਥੋੜੀ ਪ੍ਰੈਕਟਿਸ ਕਰਦੇ ਹੋ ਤਾਂ ਫਿਰ ਇਹ ਤੁਹਾਨੂੰ ਯਾਦ ਹੋ ਜਾਏਗਾ। ਹੁਣ ਐਗਜ਼ਾਮੀਨਰ ਅਗਰ ਇਹਨਾਂ ਕੁਐਸਚਨਸ ਨੂੰ ਥੋੜਾ ਜਿਹਾ ਹੋਰ ਟਫ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਨੇ ਕੀ ਕਹਿ ਦਿੱਤਾ ਸਾਨੂੰ, ਕਹਿੰਦਾ ਕਿ ਅਪ੍ਰੈਲ 2001 ਜਿਹੜਾ ਹੈ ਉਹਦੇ ਵਿੱਚ ਬੁੱਧਵਾਰ ਮੰਥ ਦੇ ਵਿੱਚ ਕਿਸ ਕਿਸ ਦਿਨ ਆਇਆ ਹੋਏਗਾ ਉਸ ਨੂੰ ਫਾਈਂਡ ਆਊਟ ਕਰਨਾ ਹੈ। ਮਤਲਬ ਆਪਾਂ 2001 ਦੀ ਅਪ੍ਰੈਲ ਮੰਥ ਵਾਲੇ ਦਿਨ ਜਿਹੜਾ ਹੈ ਵੈਡਨਸਡੇ ਕਿਸ ਕਿਸ ਦਿਨ ਆਇਆ ਹੋਏਗਾ ਉਹ ਚੀਜ਼ ਫਾਈਂਡ ਕਰਨੀ ਹੈ। ਨੀਚੇ 4 ਆਪਸ਼ਨ ਸਾਨੂੰ ਉਹਨਾਂ ਨੇ ਦਿੱਤੀਆਂ ਹੋਈਆਂ ਨੇ। ਤਾਂ ਇਸ ਤਰ੍ਹਾਂ ਦੇ ਕੁਐਸਚਨਸ ਦੇ ਵਿੱਚ ਸਭ ਤੋਂ ਪਹਿਲਾਂ ਬੇਟੇ ਤੁਸੀਂ ਕੀ ਕਰਨਾ ਹੈ, ਆਪਾਂ 1 ਅਪ੍ਰੈਲ ਜਿਹੜੀ ਹੈ ਉਸ ਦਾ ਡੇ ਫਾਈਂਡ ਕਰ ਲਾਂਗੇ 2001 ਦਾ। 1 ਅਪ੍ਰੈਲ ਦਾ ਦਿਨ ਸਾਨੂੰ ਲੱਭ ਜਾਏਗਾ, ਉਸ ਦੇ ਵਿੱਚ ਕੁਝ ਦਿਨਾਂ ਦਾ ਪਲੱਸ ਮਾਈਨਸ ਕਰਕੇ ਜਿਹੜਾ ਆਪਾਂ ਲੈਵਾਂਗੇ ਬੁੱਧਵਾਰ ਦਾ ਸਾਨੂੰ ਪਤਾ ਚੱਲ ਜਾਏਗਾ। ਤਾਂ ਆਪਾਂ ਇਹ ਡੇਟ ਦਾ ਡੇ ਪਹਿਲਾਂ ਕੱਢਣਾ ਹੈ। ਤਾਂ ਡੇਟ ਕਿੰਨੀ ਹੈ ਬੇਟਾ ਆਪਣੇ ਕੋਲ ਇੱਥੇ ਹੋ ਗਈ ਜੀ 1। ਮੰਥ ਕੋਡ ਜਿਹੜਾ ਹੈ ਉਹ ਚੈੱਕ ਕਰੋਗੇ ਜਨਵਰੀ ਫਰਵਰੀ ਮਾਰਚ ਔਰ ਅਪ੍ਰੈਲ। ਉਹਦਾ ਅਪ੍ਰੈਲ ਦਾ ਕੋਡ ਕਿੰਨਾ ਹੁੰਦਾ ਹੈ 0 ਬੇਟਾ। ਉਸ ਤੋਂ ਬਾਅਦ ਦੇ ਵਿੱਚ ਸੈਂਚਰੀ ਕੋਡ ਕਿੰਨਾ ਹੈ 6 ਬੇਟੇ। ਉਸ ਤੋਂ ਬਾਅਦ ਦੇ ਵਿੱਚ ਈਅਰਸ ਦੀ ਗੱਲ ਕਰਦੇ ਹਾਂ ਤਾਂ ਉਹ ਕਿੰਨੇ ਨੇ 0 1 ਬੇਟੇ। ਔਰ ਲੀਪ ਈਅਰ ਜਿਹੜੇ ਨੇ ਉਹ ਫਿਰ ਕਿੰਨੇ ਹੋ ਜਾਣਗੇ 0। ਇਸ ਤਰੀਕੇ ਨਾਲ ਸਾਨੂੰ ਉਹਦੀ ਲਿਖਣ ਦੀ ਲੋੜ ਨਹੀਂ ਹੈ। ਬਾਏ 7 6 + 1 7 ਕੈਂਸਲ ਹੋ ਗਿਆ ਜੀ। 1 ਬਚ ਜਾਏਗਾ ਤੁਹਾਡਾ ਰਿਮਾਈਂਡਰ। ਹੋਰ 1 ਦਾ ਮਤਲਬ ਕੀ ਹੈ ਜੀ ਸੰਡੇ, ਮਤਲਬ 1 ਤਰੀਕ ਨੂੰ ਸੰਡੇ ਹੈ, 2 ਨੂੰ ਜਿਹੜਾ ਹੈ ਉਹ ਮੰਡੇ ਹੈ ਬੇਟਾ। ਠੀਕ ਹੈ ਜੀ, 2 ਤਰੀਕ ਨੂੰ ਮੰਡੇ ਹੋ ਗਿਆ, 3 ਨੂੰ ਬੇਟਾ ਟਿਊਜ਼ਡੇ ਹੋ ਗਿਆ ਔਰ ਜਿਹੜਾ 4 ਹੈ ਉਸ ਦਿਨ ਕੀ ਆ ਜਾਏਗਾ, ਉਸ ਦਿਨ ਆ ਜਾਏਗਾ ਬੇਟੇ ਵੈਡਨਸਡੇ। ਠੀਕ ਹੈ ਜੀ, 4 ਤਰੀਕ ਨੂੰ ਸਾਡੇ ਕੋਲ ਆ ਗਿਆ ਵੈਡਨਸਡੇ। ਪਹਿਲਾ ਬੁੱਧਵਾਰ ਸਾਨੂੰ ਪਤਾ ਚੱਲ ਗਿਆ। ਠੀਕ ਹੈ ਜੀ, ਤਾਂ ਇਹ ਆਪਸ਼ਨ ਦੇ ਵਿੱਚ ਕਿਤੇ ਨਹੀਂ ਹੈ ਕੈਂਸਲ, ਇਸ ਆਪਸ਼ਨ ਦੇ ਵਿੱਚ ਇਹ ਸਾਨੂੰ ਮਿਲ ਗਿਆ। ਫਿਰ ਉਹਦੇ ਵਿੱਚ ਅਜੇ ਇੱਥੇ ਆਪਾਂ ਆਨਸਰ ਨਹੀਂ ਲਗਾ ਦੇਣਾ ਜਲਦੀ ਨਾਲ, ਇੱਕ ਵਾਰ ਇਹ ਜ਼ਰੂਰ ਚੈੱਕ ਕਰ ਲਓ ਕਿ ਕਿਤੇ 2 ਆਪਸ਼ਨਸ ਤਾਂ ਨਹੀਂ ਬਣਾਈਆਂ ਹੋਈਆਂ। ਦੇਖੋ ਉਹਨਾਂ ਨੇ ਪਹਿਲੀ ਆਪਸ਼ਨ ਤੁਹਾਨੂੰ 4 ਬਿਲਕੁਲ ਸਹੀ ਦਿੱਤੀ ਹੋਏਗੀ, ਲੇਕਿਨ ਅਗਲੀਆਂ ਕਿਸੇ ਆਪਸ਼ਨ ਦੇ ਵਿੱਚ ਉਹਨਾਂ ਨੇ 7-7 ਜੋੜਨ ਦੀ ਬਜਾਏ ਕਿਤੇ 6 ਵੀ ਪਲੱਸ ਕਰਕੇ ਗਲਤ ਕੀਤਾ ਹੋ ਸਕਦਾ ਹੈ। ਤਾਂ ਚੈੱਕ ਕਰਾਂਗੇ ਕੋਈ ਹੋਰ 4 ਵਾਲੀ ਆਪਸ਼ਨ ਤਾਂ ਨਹੀਂ, ਬਿਲਕੁਲ ਨਹੀਂ ਹੈ, ਕਿਤੇ ਵੀ ਸਾਡੇ ਕੋਲ 4 ਵਾਲੀ ਆਪਸ਼ਨ ਹੋਰ ਨਹੀਂ ਹੈ। ਤਾਂ ਇਹ ਹੀ ਸਾਡਾ ਆਨਸਰ ਹੋਏਗਾ ਰਾਜੇ। ਠੀਕ ਹੈ ਬੇਟੇ, ਇਹ ਕੁਐਸਚਨ ਜਿਹੜਾ ਉਹਨੇ ਥੋੜਾ ਟਫ ਕਰਨਾ ਸੀ ਉਹ ਵੀ ਆਪਾਂ ਸੋਲਵ ਇਸ ਨੂੰ ਕਰਕੇ ਦੇਖ ਲਿਆ ਜੀ ਬੱਚੇ। ਔਰ ਇੱਕ ਵਾਰ ਚੈੱਕ ਕਰਦੇ ਹਾਂ ਇੱਥੋਂ ਕਿ ਸਾਡੇ ਆਨਸਰ ਬਿਲਕੁਲ ਠੀਕ ਨੇ। ਅਪ੍ਰੈਲ 2001 ਹੈ ਵੈਡਨਸਡੇ, 4 ਨੂੰ 11 ਨੂੰ 18 ਨੂੰ ਔਰ 25 ਨੂੰ ਬਿਲਕੁਲ ਠੀਕ ਅਸੀਂ ਸਵਾਲ ਦਾ ਜਵਾਬ ਕਰ ਲਿਆ ਜੀ। ਰਾਈਟ ਬੇਟੇ, ਹੁਣ ਆ ਗਿਆ ਜੀ 17 ਸਤੰਬਰ 1985 ਦਾ ਡੇ ਕੱਢਦੇ ਹਾਂ ਬੱਚੇ, ਸਿਰਫ ਤੁਹਾਡੀ ਪ੍ਰੈਕਟਿਸ ਦੇ ਲਈ। ਆਈ ਥਿੰਕ ਹੁਣ ਤੱਕ ਤੁਹਾਨੂੰ ਕਾਫੀ ਪਤਾ ਜਿਹੜਾ ਚੱਲ ਚੁੱਕਿਆ ਹੋਏਗਾ। ਤਾਂ ਸਭ ਤੋਂ ਪਹਿਲਾਂ ਡੇਟ ਲਿਖਦੇ ਹਾਂ ਜੀ। ਸਤੰਬਰ ਦਾ ਮੰਥ ਕੋਡ ਹੁੰਦਾ ਹੈ ਬੇਟੇ ਆਪਣੇ ਕੋਲ 6। ਠੀਕ ਹੈ ਜੀ, ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਲਿਖਾਂਗੇ ਸੈਂਚਰੀ ਕੋਡ 19ਵੀਂ ਸਦੀ ਦਾ 0। ਉਸ ਤੋਂ ਬਾਅਦ ਈਅਰ ਲਿਖਾਂਗੇ 85 ਈਅਰਸ ਦੇ ਵਿੱਚ ਤੁਹਾਡੇ ਕੋਲ ਲੀਪ ਈਅਰ ਕਿੰਨੀ ਵਾਰ ਆਉਂਦਾ ਹੈ 4 ਨਾਲ ਡਿਵਾਈਡ ਕਰਦੇ ਹਾਂ, ਜੋ ਕੁਐਸਚਨ ਆਏਗੀ ਉਹ ਤੁਹਾਡਾ ਲੀਪ ਈਅਰ ਹੋਏਗਾ ਬੇਟੇ। ਠੀਕ ਹੈ ਜੀ, ਔਰ ਇਹ ਆ ਗਿਆ 5 ਔਰ ਇੱਥੇ 1 ਤੇ ਹੀ ਜਾਏਗੀ। ਤਾਂ ਲੀਪ ਈਅਰ ਆਣਗੇ ਬੇਟਾ ਤੁਹਾਡੇ ਕੋਲ ਕਿੰਨੇ 21 21 ਲੀਪ ਈਅਰ ਜਿਹੜੇ ਨੇ ਉਹ ਹੋਣਗੇ ਟੋਟਲ। ਇਹ ਬਣ ਗਿਆ ਜੀ, ਇਸ ਨੂੰ ਆਪਾਂ 7 ਨਾਲ ਡਿਵਾਈਡ ਕਰਾਂਗੇ ਬੇਟਾ, ਇਹ ਪੂਰੀ ਤਰ੍ਹਾਂ ਨਾਲ ਕੈਂਸਲ ਹੋ ਜਾਏਗਾ ਜੀ। ਇਹ ਜਾਏਗਾ ਬੇਟੇ ਤਾਂ ਇੱਥੋਂ 1 ਜਿਹੜਾ ਹੈ ਉਹ ਨਿਕਲ ਆਏਗਾ, ਕਿਉਂਕਿ 7 ਕੈਂਸਲ ਹੋ ਗਏ, 1 ਬਚ ਗਿਆ 15 ਔਰ ਇਹਨਾਂ ਨੂੰ ਕਰਾਂਗੇ ਤਾਂ 14 ਤੋਂ 1 ਇੱਥੇ ਆ ਗਿਆ 12 7 84 ਔਰ 1 ਵੱਧ ਗਿਆ
85 ਹੋ ਗਿਆ ਜੀ। 6 और 1 7 ਇਹ ਵੀ ਗਿਆ ਜੀ। 17 ਨੂੰ ਕਰਾਂਗੇ ਆਪਾਂ ਤਾਂ ਇਹਦੇ ਵਿੱਚੋਂ 14 ਕੈਂਸਲ ਹੋ ਜਾਣਗੇ, 3 ਜਿਹੜੇ ਨੇ ਉਹ ਬਾਕੀ ਬਚ ਗਏ, ਤਾਂ 3 ਤੁਹਾਡਾ ਰਿਮਾਈਂਡਰ ਆ ਗਿਆ ਜੀ। ਇਹਨਾਂ ਨੂੰ ਚਾਹੇ ਜੋੜ ਕੇ 7 ਨਾਲ ਡਿਵਾਈਡ ਕਰ ਲਓ ਤਦ ਵੀ ਇਹੀ ਹੋ ਜਾਏਗਾ ਬੇਟੇ, ਐਦਾਂ ਸਿੱਧੇ ਡਿਵਾਈਡ ਕਰ ਦਿਓ ਤਦ ਵੀ ਇਹੀ ਆਨਸਰ ਆ ਜਾਏਗਾ। ਹਾਂਜੀ, ਹੁਣ ਤੁਹਾਡੇ ਕੋਲ ਆ ਗਿਆ ਜੀ 3 ਰਿਮਾਈਂਡਰ। ਤਾਂ ਆਪਾਂ ਹੁਣ ਦੇਖਦੇ ਹਾਂ ਜੀ ਬੇਟਾ, ਇੱਕ ਰਿਮਾਈਂਡਰ ਤੇ ਹੁੰਦਾ ਹੈ ਸੰਡੇ, ਇਹਦਾ ਕੋਡ ਹੁੰਦਾ 1, ਮੰਡੇ ਜੀ ਇਸ ਦਾ ਕੋਡ ਹੁੰਦਾ ਹੈ ਬੇਟੇ 2, ਟਿਊਜ਼ਡੇ ਜੀ ਇਸ ਦਾ ਕੋਡ ਹੁੰਦਾ ਹੈ ਬੇਟੇ 3। ਤਾਂ ਆਪਣਾ ਦਿਨ ਜਿਹੜਾ ਆ ਗਿਆ ਜੀ ਉਹ ਆ ਗਿਆ ਟਿਊਜ਼ਡੇ। ਲੈਟਸ ਚੈੱਕ ਕਿ ਸਾਡਾ ਆਨਸਰ ਬਿਲਕੁਲ ਠੀਕ ਹੈ ਜੀ ਬੇਟਾ। ਅਸੀਂ ਚੈੱਕ ਕਰਦੇ ਹਾਂ 17 ਸਤੰਬਰ 1985 ਬਿਲਕੁਲ ਠੀਕ ਹੈ, ਟਿਊਜ਼ਡੇ ਜੀ। ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਜਿਹੜੇ ਨੇ ਉਹ ਹੁਣ ਕੈਲੰਡਰ ਦੇ ਸਵਾਲ ਕਰਨੇ ਜਿਹੜੇ ਉਹ ਸਿੱਖ ਚੁੱਕੇ ਹੋ ਬੇਟਾ। ਹਾਂਜੀ ਬੇਟਾ, ਇਸ ਡੇ ਦਾ ਜ਼ਰਾ ਕੱਢਦੇ ਹਾਂ ਜੀ ਆਪਾਂ। ਇਹਦੇ ਪਹਿਲਾਂ ਦੇਖੋ ਪਹਿਲਾਂ ਲਿਖਾਂਗੇ ਆਪਾਂ ਡੇਟ ਨੂੰ ਬੇਟਾ 26 ਨੂੰ, ਜਨਵਰੀ ਦਾ ਕੋਡ 1, ਉਸ ਤੋਂ ਬਾਅਦ ਬੇਟੇ ਸੈਂਚਰੀ ਕੋਡ 6 ਆਏਗਾ, 20th ਸੈਂਚਰੀ ਹੈ। ਈਅਰ ਕਿੰਨੇ ਆ ਗਏ 20, ਔਰ ਲੀਪ ਈਅਰ ਕਿੰਨੇ ਆਣਗੇ 20 ਸਾਲਾਂ ਦੇ ਵਿੱਚ ਜੀ 5। ਇਹ ਪੂਰੀ ਇਕੁਏਸ਼ਨ ਬਣ ਗਈ ਬੇਟਾ ਸਾਡੀ। ਇਹਨੂੰ ਡਿਵਾਈਡ ਕਰਾਂਗੇ 7 ਦੇ ਨਾਲ, ਇਹ ਕੈਂਸਲ ਹੋ ਜਾਣਗੇ 7 ਦੇ ਨਾਲ ਜੀ। ਠੀਕ ਹੈ ਬੇਟਾ, ਪੂਰੀ ਤਰ੍ਹਾਂ ਨਾਲ ਕੈਂਸਲ ਹੋ ਗਿਆ। ਉਸ ਤੋਂ ਬਾਅਦ ਇਹਦੇ ਵੱਲ ਜਾਂਦੇ ਹਾਂ ਜੀ, 21 ਇੱਥੋਂ 5 ਵੱਧ ਗਏ ਜੀ, 5 ਔਰ ਇਹ ਵਾਲਾ 5, ਇਹ ਦੋਨੋਂ ਹੋ ਗਏ 10। 10 ਨੂੰ ਜਦੋਂ 7 ਨਾਲ ਕੈਂਸਲ ਕਰਾਂਗੇ 7 ਕੈਂਸਲ ਹੋ ਜਾਣਗੇ, 8 9 ਔਰ 10 3 ਜਿਹੜੇ ਨੇ ਉਹ ਵੱਧ ਜਾਣਗੇ ਜੀ। 20 ਔਰ 3 23 ਹੋ ਗਏ। ਇਹਨਾਂ ਨੂੰ ਜਦੋਂ ਕੈਂਸਲ ਕਰਾਂਗੇ 21 ਪੂਰੇ ਕੈਂਸਲ ਹੋ ਜਾਣਗੇ ਬੇਟੇ, ਤਾਂ 2 ਜਿਹੜਾ ਹੈ ਉਹ ਤੁਹਾਡਾ ਆ ਗਿਆ ਰਿਮਾਈਂਡਰ। 2 ਰਿਮਾਈਂਡਰ ਆ ਗਿਆ ਬੇਟੇ। ਹੁਣ ਦੇਖੋ ਸੰਡੇ ਵਾਲਾ ਕੋਡ ਕੀ ਹੁੰਦਾ ਬੇਟੇ 1, ਔਰ ਮੰਡੇ ਨੂੰ ਜਿਹੜਾ ਹੈ ਉਹ ਕੀ ਆ ਗਿਆ ਤੁਹਾਡਾ 2। ਤਾਂ ਇੱਥੇ ਹੁਣ ਦੇਖੋ ਇਹ ਕੀ ਹੈ, ਇਹ ਹੈਗਾ ਇੱਕ ਲੀਪ ਈਅਰ ਬੇਟਾ। ਤਾਂ ਲੀਪ ਈਅਰ ਦੇ ਵਿੱਚ ਆਪਾਂ ਕੀ ਕਰਦੇ ਹਾਂ, ਦੇਖੋ ਲੀਪ ਈਅਰ ਦੇ ਵਿੱਚ ਜਿਹੜਾ ਹੈ ਨਾ ਉਹ ਇਸ ਲਾਸਟ ਰਿਮਾਈਂਡਰ ਜਿਹੜਾ ਤੁਹਾਡਾ ਬਚਿਆ 2 ਹੈ, ਇਹਦੇ ਵਿੱਚੋਂ -1 ਕਰ ਦਿੰਦੇ ਹਾਂ। 2 ਦੇ ਵਿੱਚੋਂ -1 ਕਰਾਂਗੇ ਤਾਂ ਸਾਡਾ ਆਨਸਰ ਪਿੱਛੇ ਆ ਜਾਏਗਾ ਇੱਥੇ ਸੰਡੇ। ਦਿਸ ਇਜ਼ ਯੋਰ ਆਨਸਰ ਕਿ 26 ਜਨਵਰੀ 2020 ਨੂੰ ਕਿਹੜਾ ਦਿਨ ਹੋਏਗਾ, ਐਤਵਾਰ ਬੱਚੇ। ਇੱਥੇ ਫਿਰ ਥੋੜਾ ਜਿਹਾ ਤੁਸੀਂ ਇੱਕ ਚੀਜ਼ ਹੋਰ ਸਿੱਖ ਲਓ ਨਾਲ ਦੀ ਨਾਲ ਹੀ, ਦਿਮਾਗ ਦੀ ਬੱਤੀ ਇੱਕ ਵਾਰ ਫਿਰ ਜਗਾਉਂਦੇ ਹਾਂ ਜੀ। ਹਾਂਜੀ, ਇਨ ਦਾ ਕੇਸ ਆਫ ਲੀਪ ਈਅਰ ਵੀ ਸਬਸਟ੍ਰੈਕਟ 1 ਫਰੋਮ ਜਨਵਰੀ ਐਂਡ ਫੈਬਰੀ ਓਨਲੀ। ਜਨਵਰੀ ਔਰ ਫਰਵਰੀ ਮੰਥ ਵਿੱਚੋਂ ਹੀ ਕਰਨਾ ਹੈ, ਇਸ ਤੋਂ ਬਾਅਦ ਨਹੀਂ, ਕਿਉਂਕਿ ਫੈਬਰੀ ਤੋਂ ਬਾਅਦ ਤਾਂ 29 ਤਰੀਕ ਜਿਹੜੀ ਆਉਂਦੀ ਉਹ ਡੇ ਨੂੰ ਆਕੂਪਾਈਡ ਕਰ ਲੈਂਦੀ ਹੈ ਨਾ, ਇਸ ਕਰਕੇ ਫਿਰ ਬਾਅਦ ਵਿੱਚ ਨਾਰਮਲ ਹੋ ਜਾਂਦਾ ਹੈ ਸਾਰਾ ਕੁਝ। ਤਾਂ ਆਪਾਂ ਦੇਖਦੇ ਹਾਂ ਜ਼ਰਾ ਜੀ, ਅਸੀਂ ਦਿਨ ਕੱਢਿਆ ਹੈ 26 ਜਨਵਰੀ 2020 ਦਾ, ਬਿਲਕੁਲ ਠੀਕ, ਸੰਡੇ। ਠੀਕ ਹੈ ਬੇਟੇ, ਤਾਂ ਇਹ ਜਿਹੜਾ ਇੱਕ ਨਵਾਂ ਕਨਸੈਪਟ ਹੈ ਇਸ ਨੂੰ ਵੀ ਤੁਸੀਂ ਆਪਣੇ ਮਾਈਂਡ ਵਿੱਚ ਜਿਹੜਾ ਉਹ ਫੀਡ ਕਰ ਲਵੋ ਜੀ। ਇਸ ਤੋਂ ਬਾਅਦ ਬੇਟਾ ਨੈਕਸਟ ਈਅਰ ਕੁਝ ਜਿਹੜਾ ਰੀਸੈਂਟ ਪੇਪਰ ਹੋਇਆ ਹੈ PSSB ਨੇ ਲਿਆ ਸੀ, ਪੰਜਾਬ ਜੇਲ੍ਹ ਸੁਪਰਡੈਂਡੈਂਟ ਅਸਿਸਟੈਂਟ ਦਾ ਜਿਹੜਾ 2021 ਵਾਲਾ, ਉਹਦੇ ਵਿੱਚ 3 ਸਵਾਲ ਆਏ ਨੇ ਇਸ ਕੈਲੰਡਰ ਦੇ ਟੌਪਿਕ ਤੋਂ ਬੇਟੇ। ਇਹਨਾਂ ਨੂੰ ਜ਼ਰਾ ਆਪਾਂ ਚੈੱਕ ਕਰਦੇ ਹਾਂ ਕਿ ਇਹ ਕੀ ਸੀਗੇ ਇਹ ਸਵਾਲ। ਦੇਖੋ ਪਹਿਲਾ ਕੀ ਹੈ, ਅਸਿਊਮ ਦੈਟ ਟੂਡੇ ਇਜ਼ ਫਰਾਈਡੇ, ਵਟ ਵਿਲ ਬੀ ਦਾ ਡੇ ਆਫਟਰ 73rd ਡੇ। ਅੱਜ ਉਹਨਾਂ ਨੇ ਕਹਿਤਾ ਜੀ ਹੈ ਤੁਹਾਡੇ ਕੋਲ ਫਰਾਈਡੇ, ਔਰ 73rd ਡੇ ਦੇ ਬਾਅਦ 73 ਨੂੰ ਬੇਟੇ ਆਪਾਂ 7 ਨਾਲ ਕੈਂਸਲ ਕਰ ਦਾਂਗੇ, 10 ਤੇ ਜਾਏਗੀ 70 ਆ ਜਾਏਗਾ, 3 ਰਿਮਾਈਂਡਰ ਬਚ ਗਿਆ ਬੇਟੇ। ਮਤਲਬ ਕਿ ਜਿਹੜਾ ਤੁਹਾਡਾ ਡੇ ਆਏਗਾ ਫਰਾਈਡੇ ਤੋਂ 3 ਦਿਨ ਵਾਲਾ ਅਗਲਾ ਆਏਗਾ। ਫਰਾਈਡੇ ਤੋਂ ਬਾਅਦ ਨੈਕਸਟ ਬੇਟੇ ਆ ਜਾਂਦਾ ਹੈ ਸੈਟਰਡੇ, ਸੈਕਿੰਡ ਨੰਬਰ ਤੇ ਬਾਅਦ ਚ ਆ ਜਾਂਦਾ ਹੈ ਜੀ ਸੰਡੇ, ਔਰ 3 ਨੰਬਰ ਤੇ ਬਾਅਦ ਚ ਆ ਜਾਏਗਾ ਬੇਟੇ ਮੰਡੇ। ਸੋ ਸਾਡਾ ਆਨਸਰ ਕੀ ਹੈ ਜੀ, 73rd ਡੇ ਦੇ ਬਾਅਦ ਕਿਹੜਾ ਆਨਸਰ ਆਏਗਾ, ਮੰਡੇ। ਆਪਾਂ ਸਿੱਖਿਆ ਹੋਇਆ ਨਾ ਹਫਤੇ ਦੇ 7 ਦਿਨਾਂ ਵਾਲਾ ਕਨਸੈਪਟ, ਉਹ ਇੱਥੇ ਐਪਲੀਕੇਬਲ ਹੋ ਗਿਆ। ਓਕੇ, ਵਿਚ ਆਫ ਦਾ ਫੋਲੋਇੰਗ ਈਅਰ ਵਿਲ ਹੈਵ ਦਾ ਸੇਮ ਕੈਲੰਡਰ ਐਜ਼ ਆਫ ਦਾ ਈਅਰ 2020। ਇਹ ਚੀਜ਼ ਵੀ ਆਪਾਂ ਸਿੱਖ ਲਈ ਰਿਪੀਟੇਸ਼ਨ ਤੋਂ। ਰਿਪੀਟੇਸ਼ਨ ਦਾ ਤੁਹਾਡਾ ਬਿਲਕੁਲ ਕਨਸੈਪਟ ਕਲੀਅਰ ਹੋ ਗਿਆ ਬੇਟੇ। 2020 ਇਜ਼ ਅ ਲੀਪ ਈਅਰ, ਔਰ ਲੀਪ ਈਅਰ ਤੋਂ ਬਾਅਦ ਨੈਕਸਟ ਈਅਰ ਜਿਹੜਾ ਹੈ 28 ਈਅਰਸ ਦੇ ਬਾਅਦ ਹੀ ਆਉਂਦਾ ਹੈ। ਸੋ 8402 2048। ਕਿਉਂ ਬੇਟੇ, ਇੱਥੇ ਇੱਕ ਚੀਜ਼ ਹੋਰ ਖਾਸ ਧਿਆਨ ਦੇਣ ਵਾਲੀ ਹੈ। ਦੇਖੋ ਸਮ ਟਾਈਮ ਪਤਾ ਕੀ ਹੁੰਦਾ ਹੈ, ਇਹਦਾ ਜਿਹੜਾ ਆਨਸਰ ਸੀ ਨਾ ਉਹਨਾਂ ਨੇ ਪੇਪਰ ਦੇ ਵਿੱਚ ਗਲਤ ਦਿੱਤਾ ਹੋਇਆ, ਲੇਕਿਨ ਤੁਸੀਂ ਆਪਣੇ ਕਨਸੈਪਟ ਜੋ ਸਿੱਖਿਆ ਹੋਇਆ ਉਹਦੇ ਤੋਂ ਨਹੀਂ ਡੋਲਣਾ, ਉਹਨੂੰ ਉੱਦਾਂ ਹੀ ਰੱਖਣਾ ਹੈ, ਕਿਉਂਕਿ ਉਹਦੀ ਮਾਰਕਿੰਗ ਵਿੱਚੋਂ ਇਹ ਸਵਾਲ ਫਿਰ ਬਾਹਰ ਹੋ ਗਿਆ ਸੀਗਾ, ਕਿਉਂਕਿ ਇਹਦੇ ਉੱਤੇ ਰਿਟ ਪੈ ਗਈ ਸੀਗੀ। ਉਸ ਤੋਂ ਬਾਅਦ ਆ ਜਾਂਦਾ ਜੀ, ਫੋਰ ਅ ਸਰਟਨ ਮੰਥ the date of 3 Sunday are even number, what would be the date of 15th of that month? ਜੀ 3 ਜਿਹੜੇ ਸੰਡੇ ਨੇ ਉਹਨਾਂ ਵਾਲੇ ਦਿਨ ਜਿਹੜੀ ਈਵਨ ਨੰਬਰ ਡੇਟ ਆ ਰਹੀ ਹੈ ਜੀ। ਤਾਂ ਇਸ ਕੇਸ ਦੇ ਵਿੱਚ ਆਪਾਂ ਪਹਿਲਾਂ ਕੇਸ ਬਣਾਉਂਦੇ ਹਾਂ। ਦੇਖੋ 1 ਵਾਲਾ ਅਗਰ ਲੈਂਦੇ ਆ, ਇਹਦੇ ਇਸ ਦੇ ਉੱਪਰੋਂ ਜਿਹੜਾ ਸਾਡਾ ਉਹ ਨਹੀਂ ਚੱਲੇਗਾ, ਤਾਂ ਆਪਾਂ ਕਿਉਂਕਿ ਈਵਨ ਹੈ ਤਾਂ ਆਪਾਂ 2 ਤੋਂ ਲੈਂਦੇ ਆ ਕਿ ਇੱਕ 2 ਨੂੰ ਸੰਡੇ ਹੋ ਗਿਆ ਜੀ, 7 ਜੋੜਾਂਗੇ ਫਿਰ 9 ਨੂੰ ਸੰਡੇ ਆ ਜਾਏਗਾ, ਫਿਰ ਇਹਦੇ ਵਿੱਚ 7 ਜੋੜਾਂਗੇ ਬੇਟੇ ਤਾਂ ਫਿਰ ਜਿਹੜਾ ਨੈਕਸਟ ਤੁਹਾਡਾ 16 ਨੂੰ ਸੰਡੇ ਆ ਜਾਏਗਾ, ਫਿਰ ਇਹ 16 ਦੇ ਵਿੱਚ ਜਿਹੜਾ ਹੈ ਆਪਾਂ ਸੰਡੇ ਜੋੜਾਂਗੇ ਬੇਟੇ, 16 ਦੇ ਵਿੱਚ ਜਿਹੜੇ 7 ਦਿਨ ਤੁਸੀਂ ਹੋਰ ਜੋੜ ਦੋਗੇ ਤਾਂ ਫਿਰ ਉਹ ਤੁਹਾਡਾ ਜਿਹੜਾ ਨੈਕਸਟ ਆ ਜਾਏਗਾ। ਇਹਦੇ ਵਿੱਚ 7 ਜੋੜ ਕੇ ਦੇਖੋ ਕਿੰਨਾ ਆ ਰਿਹਾ ਹੈ,
ਇਹ ਆ ਜਾਏਗਾ ਜੀ ਤੁਹਾਡਾ 23 ਬੇਟੇ। ਉਸ ਤੋਂ ਬਾਅਦ ਫਿਰ 7 ਜੋੜਾਂਗੇ ਤਾਂ ਬੇਟੇ ਇਹਦੇ ਵਿੱਚ ਕਿੰਨਾ ਆ ਗਿਆ 30 ਆ ਜਾਏਗਾ। ਦੇਖੋ ਇਹਦੇ ਵਿੱਚੋਂ ਇਹ ਵੀ ਇੱਕ ਈਵਨ ਨੰਬਰ ਹੈ, ਇਹ ਵੀ ਇੱਕ ਈਵਨ ਨੰਬਰ ਹੈ ਔਰ ਇਹ ਵੀ ਇੱਕ ਈਵਨ ਨੰਬਰ ਹੈ। 3 ਦਿਨ ਜਿਨ੍ਹਾਂ ਦੇ ਵਿੱਚ ਕੀ ਈਵਨ ਡੇਟਸ ਆ ਰਹੀਆਂ ਨੇ ਉਹ ਹੋ ਗਏ ਬੇਟੇ। ਹੁਣ ਅਗਰ ਆਪਾਂ ਇੱਥੇ ਇਹ ਚੀਜ਼ ਡਿਸਕਸ ਕਰਦੇ ਹਾਂ ਕਿ ਅਸੀਂ 1 ਵਾਲੇ ਤੋਂ ਕਿਉਂ ਨਹੀਂ ਸੰਡੇ ਮੰਨ ਲਿਆ, 1 ਤੋਂ ਸੰਡੇ ਕਿਉਂ ਨਹੀਂ ਮੰਨਿਆ, 2 ਤੋਂ ਹੀ ਕਿਉਂ ਮੰਨਿਆ ਜੀ ਸਰ, ਤਾਂ ਬੇਟੇ ਦੇਖੋ ਅਗਰ 1 ਤਰੀਕ ਨੂੰ ਸੰਡੇ ਆਏਗਾ, ਫਿਰ 7 ਦਿਨ ਬਾਅਦ 8 ਨੂੰ ਸੰਡੇ ਆਏਗਾ, ਫਿਰ 7 ਦਿਨ ਬਾਅਦ 15 ਨੂੰ ਸੰਡੇ ਆਏਗਾ, ਫਿਰ 22 ਨੂੰ ਸੰਡੇ ਆਏਗਾ, ਦੈਨ ਫਿਰ 29 ਨੂੰ ਸੰਡੇ ਆਏਗਾ। ਤਾਂ ਇਹਦੇ ਵਿੱਚ ਦੇਖੋ ਇਹ ਵੀ ਇੱਕ ਔਡ ਨੰਬਰ ਹੈ, ਇਹ ਵੀ ਇੱਕ ਔਡ ਨੰਬਰ ਹੈ, ਇਹ ਵੀ ਇੱਕ ਔਡ ਨੰਬਰ ਹੈ, ਸੰਡੇ ਸਿਰਫ ਈਵਨ ਆ ਗਏ 2। ਤਾਂ ਆਪਣੀ ਇਹ ਜਿਹੜੀ ਕੰਡੀਸ਼ਨ ਹੈ ਉਹ ਫੁੱਲਫਿਲ ਨਹੀਂ ਸੀ ਹੋ ਰਹੀ, ਇਸ ਕਰਕੇ ਆਪਾਂ ਇਹਨੂੰ ਕੰਸੀਡਰ ਨਹੀਂ ਸੀ ਕਰਨਾ। ਨੈਕਸਟ ਅੱਗੇ ਦੇਖਦੇ ਹਾਂ, ਅਗਰ ਆਪਾਂ ਮੰਨ ਲਓ ਫਿਰ 4 ਵਾਲੇ ਤੋਂ ਚੱਲਦੇ ਹਾਂ ਜੀ ਸਰ, ਚਲੋ ਠੀਕ ਹੈ 4 ਤੋਂ ਕਿਉਂ ਨਹੀਂ ਲਿਆ। ਅਗਰ ਆਪਾਂ 4 ਲੈ ਲੈਂਦੇ ਬੇਟਾ, ਇੱਥੇ ਫਿਰ 11 ਆ ਜਾਣਾ ਸੀ ਬੱਚੇ, ਠੀਕ ਹੈ। ਇੱਥੇ ਫਿਰ ਤੁਹਾਡੇ ਕੋਲ ਜਿਹੜੀ ਹੈ ਉਹ 18 ਆ ਜਾਣਾ ਸੀਗਾ, ਇੱਥੇ ਤੁਹਾਡੇ ਕੋਲ 25 ਆ ਜਾਣਾ ਸੀਗਾ ਔਰ ਇੱਥੇ ਤੁਹਾਡੇ ਕੋਲ ਆ ਜਾਣਾ ਸੀ 32। ਇੰਨੇ ਦਿਨ ਤਾਂ ਮੰਥ ਵਿੱਚ ਹੁੰਦੇ ਹੀ ਨਹੀਂ ਹੈ, ਤਾਂ ਇਹ ਵਾਲੀ ਕੰਡੀਸ਼ਨ ਵੀ ਸਾਡੀ ਜਿਹੜੀ ਉਹ ਐਪਲੀਕੇਬਲ ਨਹੀਂ ਸੀ ਬੇਟਾ, ਠੀਕ ਹੈ। ਸੋ ਇਸ ਲਈ ਅਸੀਂ ਸਿਰਫ ਇਸ ਕੰਡੀਸ਼ਨ ਨੂੰ ਹੀ ਲੈ ਕੇ ਚੱਲਦੇ ਹਾਂ ਜੀ। ਹਾਂਜੀ, ਸੋ ਹੁਣ ਅੱਗੇ ਇਸ ਤੋਂ ਬਾਅਦ ਆਪਾਂ ਕੀ ਚੀਜ਼ ਕਰਨੀ ਹੈ ਜੀ, ਇਸ ਨੂੰ ਜਿਹੜਾ ਥੋੜਾ ਰਬ ਕਰ ਲਈਏ। ਹਾਂਜੀ ਬੇਟਾ, ਆਪਣੇ ਕੋਲ ਇਹ ਆ ਗਏ ਜੀ ਦਿਨ, ਤੁਹਾਡੇ ਡੇਟਸ ਵਗੈਰਾ ਆ ਗਏ। ਹੁਣ ਅੱਗੇ ਉਹਨਾਂ ਨੇ ਕੀ ਕਿਹਾ, ਵਟ ਵੁੱਡ ਬੀ ਦਾ ਡੇਟ ਆਫ ਦਾ 15 ਆਫ ਦੈਟ ਮੰਥ, ਉਸ ਮੰਥ ਦੀ 15 ਤਰੀਕ ਨੂੰ ਕਿਹੜਾ ਦਿਨ ਹੋਏਗਾ। ਇਹ ਆ ਗਈ ਜੀ 16 ਨੂੰ ਸਾਨੂੰ ਪਤਾ ਹੈ ਕਿਹੜਾ ਦਿਨ ਹੈ, ਸੰਡੇ। ਇਸ ਤੋਂ ਇੱਕ ਦਿਨ ਜਸਟ ਪਿੱਛੇ ਕੀ ਆਏਗਾ ਜੀ, ਸੈਟਰਡੇ ਬੇਟਾ। ਤਾਂ ਇਹ ਹੋਏਗਾ ਤੁਹਾਡੇ ਆਨਸਰ। ਸੋ ਇਹ ਤਿੰਨੇ ਹੀ ਕੁਐਸਚਨ ਜਿਹੜੇ ਨੇ ਇਹ ਪੰਜਾਬ ਦਾ ਜਿਹੜਾ ਰੀਸੈਂਟ ਪੇਪਰ ਹੋਇਆ ਬੇਟੇ ਉਹਦੇ ਵਿੱਚ ਆਏ ਨੇ 3 ਕੁਐਸਚਨ। ਇਹ ਮਾਇਨਾ ਰੱਖਦਾ ਹੈ ਬੇਟੇ ਟੌਪਿਕ, 3 ਸਵਾਲ ਆਏ ਹੋਏ ਨੇ ਉਸ ਪੇਪਰ ਦੇ ਵਿੱਚ। ਸੋ ਆਈ ਹੋਪ ਕਿ ਤੁਹਾਨੂੰ ਇਹ ਪੂਰਾ ਟੌਪਿਕ ਜਿਹੜਾ ਚੰਗੀ ਤਰ੍ਹਾਂ ਨਾਲ ਸਮਝ ਲੱਗ ਗਿਆ ਹੋਵੇਗਾ। ਆਈ ਹੋਪ ਯੂ ਇੰਜੋਏ ਯੂਰ ਕਲਾਸ ਬੇਟੇ। ਇੱਕ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਕਿ ਪਲੀਜ਼ ਆਪਣੇ ਜਿਹੜੇ ਬਾਕੀ ਸਾਥੀਆਂ ਨਾਲ ਵੀ ਜਿਹੜਾ ਚੈਨਲ ਨੂੰ ਸ਼ੇਅਰ ਜ਼ਰੂਰ ਕਰੋ ਔਰ ਵੱਧ ਤੋਂ ਵੱਧ ਜਿਹੜਾ ਚੈਨਲ ਹੈ ਉਹਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਬੇਟਾ, ਠੀਕ ਹੈ ਜੀ ਬੇਟੇ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਬੱਚੇ ਅਗਲੇ ਟੌਪਿਕ ਦੇ ਨਾਲ। ਥੈਂਕ ਯੂ ਬੇਟਾ।